ਮੋਰਚਾ ਜਿਹੜਾ ਹੈਗਾ ਜਿਸ ਤਰੀਕੇ ਨਾਲ ਕਾਮਯਾਬੀ ਵੱਲ ਵੱਧ ਰਿਹਾ, ਲੋਕਾਂ ਦੀ ਹਮਾਇਤ ਵੱਧ ਰਹੀ ਆ। ਹੁਣ ਏਜੰਸੀਆਂ ਜਿਹੜੀਆਂ ਨੇ ਉਹ ਇਹਨੂੰ ਤਾਰ ਪੀਡੋ ਕਰਨ ਲਈ ਸਰਗਰਮ ਹੋਣਗੀਆਂ ਤੇ ਮੋਰਚੇ ਨੂੰ ਅਸਫਲ ਕਰਨ ਲਈ ਕੋਈ ਕਸਰ ਜਿਹੜੀ ਆ ਉਹ ਬਾਕੀ ਨਹੀਂ ਛੱਡਣਗੀਆਂ। ਸੋ ਇਸ ਕਰਕੇ ਮੋਰਚੇ ਦੇ ਪ੍ਰਬੰਧਕਾਂ, ਖਾਸ ਤੌਰ ਤੇ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਚਤੰਨ ਹੋਣ ਦੀ ਲੋੜ। ਜਿਹੜੇ ਕੌਮ ਦੇ ਆਪਦੇ ਆਪ ਨੂੰ ਵਿਦਵਾਨ ਜਾਂ ਬੜੇ ਆਪਦੇ ਆਪ ਨੂੰ ਸੂਝਵਾਨ ਕਹਾਉਂਦੇ ਆ, ਉਹਨਾਂ ਨੂੰ ਬੜੀ ਮੱਖ ਲੜ ਰਹੀ ਆ ਤੇ ਉਹ ਕਹਿੰਦੇ ਆ ਕਿ ਜੀ ਜੇਕਰ ਜਿਹੜੀਆਂ ਗੱਲਾਂ ਇੱਥੇ ਕੌਮੀ ਇਨਸਾਫ ਮੋਰਚੇ ਦੀ ਸਟੇਜ ਤੋਂ ਆ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਰਨੀਆਂ ਨੇ, ਫਿਰ ਉਹ ਆਪਦੀ ਵੱਖਰੀ ਸਟੇਜ ਲਾ ਲੈਣ। ਇਹਨਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਇਸ ਮੋਰਚੇ ਦੇ ਪ੍ਰਬੰਧਕ ਤੇ ਉੱਥੇ ਹਾਜ਼ਰ ਸੰਗਤਾਂ ਨੂੰ ਇਹਨਾਂ ਵਿਚਾਰਾਂ ਦੀ ਕੋਈ ਪ੍ਰੋਬਲਮ ਨਹੀਂ, ਆਪਸ ਵਿੱਚ ਸਹਿਮਤੀ ਹੈ। ਸਾਰੇ ਖਾਲਿਸਤਾਨੀ ਨੇ, ਗੈਰ ਖਾਲਿਸਤਾਨੀ ਵੀ ਉੱਥੇ ਜੇ ਆਉਂਦੇ ਆ ਜਾਂ ਜਿਹੜੇ ਖਾਲਿਸਤਾਨ ਦੇ ਉੱਤੇ ਹਜੇ ਸਹਿਮਤ ਨਹੀਂ ਹੈਗੇ, ਉਹਨਾਂ ਨੂੰ ਵੀ ਉੱਥੇ ਸਤਿਕਾਰ ਮਿਲਦਾ। ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇਕਰ ਕੋਈ ਪੰਥਕ ਜਾਂ ਖਾਲਿਸਤਾਨੀ ਸੋਚ ਵਾਲਾ ਬੰਦਾ ਥੋੜ੍ਹੀ ਜਿਹੀ ਜਿਹੜੀ ਗੱਲ ਆ ਉਹ ਜ਼ਿਆਦਾ ਸਪਸ਼ਟਤਾ ਨਾਲ ਕਹਿ ਰਿਹਾ ਵਾ ਤੇ ਉਹਨੂੰ ਤੁਸੀਂ ਮੱਤਾਂ ਦੇਣ ਬਹਿ ਜਾਓ। ਭਾਈ ਜਗਤਾਰ ਸਿੰਘ ਤਾਰੇ ਤੇ ਭਾਈ ਪਰਮਜੀਤ ਸਿੰਘ ਭਿਉਰੇ ਦੀ ਗੱਲ ਦੇ ਵੀ ਬਲਿਹਾਰੇ ਜਾਂਦੇ ਆ, ਜਿਹੜਾ ਉਹਨਾਂ ਨੇ ਕਿਹਾ ਕਿ ਮੋਰਚਾ ਤਾਂ ਚਲੋ ਬੰਦੀ ਸਿੰਘਾਂ ਦੇ ਨਾਂ ਤੇ ਜਾਂ ਬਰਗਾੜੀ ਬਹਿਬਲ ਕੋਟਕਪੂਰਾ ਜਾਂ ਬੇਅਦਬੀ ਜਾਂ ਆਪਣੇ ਜਿਹੜਾ ਮਸਲਾ ਹੈਗਾ ਗੈਰ ਸਰੂਪਾਂ ਵਾਲਾ ਇਹਨਾਂ ਤੇ ਲੱਗ ਗਿਆ, ਪਰ ਇਹ ਮੁੱਦਿਆਂ ਤੋਂ ਅੱਗੇ ਵੀ ਤੁਰੀਏ। ਖਾਲਿਸਤਾਨ ਦੀ ਗੱਲ, ਕੌਮੀ ਸੰਘਰਸ਼ ਦੀ ਗੱਲ, ਪੰਥ ਨੂੰ ਦਰਪੇਸ਼ ਮਸਲਿਆਂ ਦੀ ਗੱਲ ਜਿਹੜੀ ਆ ਉਹ ਵੀ ਲਾਜ਼ਮੀ ਕਰੀਏ। ਅੱਜ ਦੀ ਤਰੀਕ ਵਿੱਚ ਇਹਨਾਂ ਦੀ ਜ਼ੁਬਾਨ ਤੋਂ ਖਾਲਿਸਤਾਨ ਦੀ ਜਾਂ ਕੌਮ ਦੇ ਆਜ਼ਾਦੀ ਦੇ ਸੰਘਰਸ਼ ਦੀ ਹਮਾਇਤ ਹੋ ਹੀ ਨਹੀਂ ਸਕਦੀ। ਪਰ ਜਦੋਂ ਖਾਲਿਸਤਾਨ ਬਣ ਗਿਆ, ਸਭ ਤੋਂ ਮੂਹਰੇ ਹੋ ਕੇ ਇਹਨਾਂ ਵਿਚਾਰਿਆਂ ਨੇ ਦਲੀਲਾਂ ਦੇ ਕੇ ਸਾਬਤ ਕਰਨਾ ਕਿ ਖਾਲਿਸਤਾਨ ਕਿੰਨਾ ਜ਼ਰੂਰੀ ਹੈ। ਹੁਣ ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਜਾ ਰਿਹਾ ਕਿ ਅੰਮ੍ਰਿਤਪਾਲ ਸਿੰਘ ਬਿਲਕੁਲ ਉਵੇਂ ਕਰ ਰਿਹਾ ਜੀ ਜਿਵੇਂ ਭਿੰਡਰਾਂਵਾਲੇ ਸੰਤਾਂ ਨੇ ਕੀਤਾ ਸੀ। ਇਹ ਤਾਂ ਜੀ ਅੰਮ੍ਰਿਤਪਾਲ ਵਰਤਾਰਾ ਅਤੇ ਭਿੰਡਰਾਂਵਾਲਾ ਵਰਤਾਰਾ ਸੇਮ। ਫਿਰ ਅਗਲੀ ਗੱਲ ਵੀ ਬੜੀ ਮਾਰਦੇ ਆ ਟਕਾ ਕੇ, ਅਖੇ ਜੀ ਭਿੰਡਰਾਂਵਾਲੇ ਸੰਤਾਂ ਨੂੰ ਕਾਂਗਰਸ ਨੇ ਪੈਦਾ ਕੀਤਾ ਸੀ ਤੇ ਇਹਦੇ ਮਗਰ ਮੋਦੀ ਸਰਕਾਰ ਲੱਗ ਗਈ। ਉਹਨੇ ਭਕਾਈ ਮਾਰੀ ਆ ਕਿ ਭਿੰਡਰਾਂਵਾਲੇ ਸੰਤਾਂ ਨੂੰ ਕਾਂਗਰਸ ਨੇ ਪਹਿਲਾਂ ਉਭਾਰਿਆ ਸੀ, ਇੰਦਰਾ ਗਾਂਧੀ ਨੇ ਉਭਾਰਿਆ ਸੀ, ਮੁੜ ਕੇ ਫਿਰ ਜਦੋਂ ਹੱਥੋਂ ਨਿਕਲ ਗਏ, ਪੰਥ ਦੀ ਗੱਲ ਕਰਨ ਲੱਗ ਗਏ ਤਾਂ ਫਿਰ ਖਾਲਿਸਤਾਨ ਤੱਕ ਚਲੇ ਗਏ। ਇਸ ਕਰਕੇ ਇਹ ਜਿਹੜਾ ਸੀਗਾ ਉਹਨਾਂ ਨੂੰ ਫਿਰ ਸਿਖਾਇਆ ਵੀ, ਉਹਨਾਂ ਦਾ ਖਾਤਮਾ ਵੀ ਅਕਾਲ ਤਖ਼ਤ ਸਾਹਿਬ ਤੇ ਜਿਹੜਾ ਹਮਲਾ ਕਰਕੇ ਉਹ ਇੰਦਰਾ ਗਾਂਧੀ ਨੂੰ ਕਰਵਾਉਣਾ ਪਿਆ। ਇੰਟਰਵਿਊ ਦੇ ਵਿੱਚ ਬੜੀਆਂ ਫੜਾਂ ਮਾਰ ਕੇ ਜਸਵੀਰ ਸਿੰਘ ਰੈਣੇ ਬਾਰੇ ਕਹਿੰਦਾ ਬਈ ਉਹ ਮਤਲਬ ਮੁੜਦਾ ਨਹੀਂ ਸੀ, ਉਹ ਕਹਿੰਦਾ ਸੀਗਾ ਸੰਤ ਭਿੰਡਰਾਂਵਾਲਿਆਂ ਨੂੰ ਉੱਧਰੋਂ ਮੈਂ ਫੜ ਕੇ ਲਿਆਉਣਾ, ਮੈਂ ਚੱਕ ਨੂੰ ਪੱਟੇ। ਟਾਈਮਸ ਆਫ ਇੰਡੀਆ ਅਖਬਾਰ ਦੇ ਵਿੱਚ ਜਸਵੀਰ ਸਿੰਘ ਰੈਣਾ ਨੇ ਆਪਦੀ ਗਲਤੀ ਮੰਨੀ ਸੀ ਕਿ ਸਾਡੀ ਬੜੀ ਵੱਡੀ ਭੁੱਲ ਸੀ, ਔਰ ਉਹਦੇ ਬਾਰੇ ਇਹ ਵੀ ਚਰਚਾ ਕਿ ਉਹ ਪਰਿਵਾਰ ਸਮੇਤ ਇੱਥੇ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਆ ਕੇ ਰੁਲਦਾ ਫਿਰਦਾ ਸੀ ਕਿ ਇਹ ਸਾਡੀ ਗੁਨਾਹ ਹੋਇਆ, ਮੇਰੀ ਤਾਂ ਅੰਦਰ ਤੇ ਬੋਝ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਸਰਬੱਤ ਖਾਲਸਾ ਵਿੱਚ ਥਾਪੇ ਗਏ ਆ, ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਨੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੂੰ ਇੱਕ ਚਿੱਠੀ ਜਿਹੜੀ ਆ ਉਹ ਜਾਰੀ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਕੌਮੀ ਮੰਚ ਤੋਂ ਬੋਲਣ ਵਾਲੇ ਬੁਲਾਰੇ ਜਿਹੜੇ ਆ ਵੀ ਉਹ ਦਰਬਾਰ ਸਾਹਿਬ, ਕਿਉਂਕਿ ਉੱਥੇ ਪਵਿੱਤਰ ਹਜ਼ੂਰੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿੱਥੇ ਮੋਰਚਾ, ਉੱਥੇ ਉਹਦਾ ਜਿਹੜਾ ਮਾਣ ਤਾਣ, ਮਰਿਆਦਾ, ਅਨੁਸ਼ਾਸਨ ਤੇ ਜਾਬਤਾ, ਇਹਦਾ ਪੂਰਾ ਖਿਆਲ ਰੱਖਣ ਤੇ ਸਖਤੀ ਨਾਲ ਪਹਿਰਾ ਦੇਣ। ਇਹ ਤੋਂ ਬਿਨਾਂ ਉਹਨਾਂ ਨੇ ਆਖਿਆ ਵੀ ਮੋਰਚੇ ਦੇ ਵਿੱਚ ਜਿਹੜਾ ਵੀ ਬੁਲਾਰਾ ਆਉਂਦਾ ਹੈ ਉਹ ਸਿਰਫ ਬੇਅਦਬੀਆਂ, ਬਾਈਬਲ ਕਾਂਡ, ਕੋਟਕਪੂਰਾ ਗੋਲੀ ਕਾਂਡ ਤੇ ਜਿਹੜੇ ਪਾਵਨ ਸਰੂਪ ਆ ਉਸ ਮਸਲੇ ਤੋਂ ਬਗੈਰ ਕਿਸੇ ਹੋਰ ਮਸਲੇ ਤੇ, ਖਾਸ ਤੌਰ ਤੇ ਦੂਸ਼ਣਬਾਜ਼ੀ ਵਾਲੇ ਮਸਲੇ ਤੋਂ ਪਰਹੇਜ਼ ਕੀਤਾ ਜਾਵੇ। ਇਹ ਤੋਂ ਬਾਅਦ ਚ ਉਹਨਾਂ ਨੇ ਅੱਗੇ ਕਿਹਾ ਵੀ ਮੋਰਚਾ ਜਿਹੜਾ ਹੈਗਾ ਜਿਸ ਤਰੀਕੇ ਨਾਲ ਕਾਮਯਾਬੀ ਵੱਲ ਵੱਧ ਰਿਹਾ, ਲੋਕਾਂ ਦੀ ਹਮਾਇਤ ਵੱਧ ਰਹੀ ਆ, ਹੁਣ ਏਜੰਸੀਆਂ ਜਿਹੜੀਆਂ ਨੇ ਉਹ ਇਹਨੂੰ ਤਾਰ ਪੀਡੋ ਕਰਨ ਲਈ ਸਰਗਰਮ ਹੋਣਗੀਆਂ ਤੇ ਮੋਰਚੇ ਨੂੰ ਅਸਫਲ ਕਰਨ ਲਈ ਕੋਈ ਕਸਰ ਜਿਹੜੀ ਆ ਉਹ ਬਾਕੀ ਨਹੀਂ ਛੱਡਣਗੀਆਂ। ਸੋ ਇਸ ਕਰਕੇ ਮੋਰਚੇ ਦੇ ਪ੍ਰਬੰਧਕਾਂ, ਖਾਸ ਤੌਰ ਤੇ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਚਤੰਨ ਹੋਣ ਦੀ ਲੋੜ। ਲਾਸਟ ਵਿੱਚ ਉਹਨਾਂ ਨੇ ਆਖਿਆ ਕਿ ਮੋਰਚੇ ਦੇ ਮੰਚ ਤੋਂ ਭਾਵੇਂ ਕੋਈ ਬੁਲਾਰਾ ਆ ਜਾਵੇ, ਉਹਦਾ ਸਤਿਕਾਰ ਸਹਿਤ ਸਵਾਗਤ ਕਰੋ, ਇਹ ਹੀ ਗੁਰੂ ਮਰਿਆਦਾ ਹੈ। ਫਿਰ ਵੀ ਸੰਗਤਾਂ ਚੋਂ ਜੇ ਕਿਸੇ ਆਗੂ ਦੇ ਮੰਚ ਉੱਤੇ ਬੋਲਣ ਤੇ ਇਤਰਾਜ਼ ਆ ਤਾਂ ਉਹ ਆਪਣਾ ਇਤਰਾਜ਼ ਮੋਰਚੇ ਦੀ ਅਨੁਸ਼ਾਸਨ ਕਮੇਟੀ ਕੋਲ ਬਾਦਲੀਲ ਦਰਜ ਕਰਵਾਉਣ, ਪਰ ਉੱਥੇ ਹੁੱਲੜਬਾਜ਼ੀ ਵਗੈਰਾ ਨਾ।
ਇਹ ਜਿਹੜੀ ਗੱਲ ਆਖੀ ਗਈ ਆ, ਇਹ ਅਸੀਂ ਵੀ ਜਦੋਂ ਦਾਦੂਵਾਲ ਦਾ ਪੇਚਾ ਪਿਆ ਸੀ ਉਦੋਂ ਵੀ ਕਹੀ ਸੀ, ਜਦੋਂ ਧਾਮੀ ਸਾਹਿਬ ਦਾ ਪੇਚਾ ਪਿਆ ਸੀ ਉਦੋਂ ਵੀ ਕਹੀ ਸੀ, ਹੁਣ ਬੱਬੂ ਮਾਨ ਇੱਕ ਦਿਨ ਗਿਆ ਉਦੋਂ ਵੀ ਅਸੀਂ ਇਹ ਗੱਲ ਕਹੀ ਸੀ ਵੀ ਮੋਰਚੇ ਦੇ ਵਿੱਚ ਆਉਣਾ, ਲੋਕਾਂ ਦਾ ਹਮਾਇਤ ਦੇਣਾ ਚੰਗੀ ਗੱਲ ਆ। ਬਹੁਤ ਸਾਰੇ ਬੰਦੇ ਇਹੋ ਜਿਹੇ ਆਉਣਗੇ ਜਿਨ੍ਹਾਂ ਨਾਲ ਸਾਡੀ ਸੁਰ ਨਹੀਂ ਰਲਦੀ, ਪਰ ਉਹਨਾਂ ਨੂੰ ਆਪਾਂ ਉੱਥੇ ਨਜਿੱਠ ਸਕਦੇ ਹਾਂ। ਪ੍ਰਬੰਧਕ ਦੇ ਹੱਥ ਵਿੱਚ ਹੁੰਦਾ ਵੀ ਉਹ ਇਸ ਸਾਰੇ ਘਟਨਾਕ੍ਰਮ ਨੂੰ ਕਿਸ ਤਰੀਕੇ ਦਾ ਰੂਪ ਦਿੰਦਾ। ਬਹੁਤ ਸਾਰੇ ਆਗੂ ਖਾਸ ਤੌਰ ਦੇ ਉੱਤੇ ਜਿਨ੍ਹਾਂ ਦਾ ਪਹਿਲੇ ਦਿਨ ਤੋਂ ਸਿੱਖ ਮਸਲਿਆਂ ਦੇ ਉੱਤੇ ਨਾ ਬਚ ਕੇ ਨਜ਼ਰੀਆ ਰਿਹਾ, ਉਹ ਜੇ ਉੱਥੇ ਆਉਂਦੇ ਵੀ ਨੇ, ਜਾਂ ਜਿਹੜੇ ਸਾਡੇ ਅੰਦਰ ਬਹੁਤ ਸਾਰੇ ਧੜੇ ਧਿਰਾਂ ਨੇ, ਸੰਪਰਦਾਈ ਮਸਲੇ ਆ, ਮਰਿਆਦਾ ਦੇ ਮਸਲੇ ਆ, ਮਿਸ਼ਨਰੀਆਂ ਨਾਲ ਟਕਰਾਅ ਆ, ਇਹ ਜਿਹੜਾ ਸਾਰਾ ਕੁਛ ਆ, ਇਹਦੇ ਬਾਰੇ ਮੈਨੂੰ ਅੱਜ ਵੀ ਇਹ ਗੱਲ ਕਹਿੰਦੇ ਆ ਫਖਰ ਜਿਹਾ ਮਹਿਸੂਸ ਹੁੰਦਾ ਵੀ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਭੁੱਖ ਹੜਤਾਲ ਤੇ ਸੀ ਨਾ, ਜਦੋਂ ਮੋਰਚਾ ਲੱਗਿਆ ਹੋਇਆ ਸੀ, ਉਦੋਂ ਉੱਥੇ ਹਰ ਤਰ੍ਹਾਂ ਦਾ ਬੰਦਾ ਆਇਆ। ਸਾਤੋਂ ਗੜਬੜਾਂ ਤਾਂ ਪ੍ਰਬੰਧਕੀ ਤੌਰ ਦੇ ਉੱਤੇ ਹੋਈਆਂ, ਜਿਵੇਂ ਅਸੀਂ ਪਹਿਲਾਂ ਉੱਥੇ ਕਲਾਸ ਜੀ ਲਾਉਣ ਲੱਗ ਗਏ, ਜਿਹੜਾ ਵੀ ਬੰਦਾ ਆਵੇ ਉਹਨੂੰ ਗਾਉਣ ਵਾਲੇ ਨੂੰ ਜਾਂ ਕਿਸੇ ਕਲਾਕਾਰ ਨੂੰ ਅਸੀਂ ਐਵੇਂ, ਪਰ ਬਾਅਦ ਵਿੱਚ ਅਸੀਂ ਵੀ ਇਸ ਗੱਲ ਦਾ ਵਿਰੋਧ ਕੀਤਾ ਤੇ ਅਸੀਂ ਇਸ ਗੱਲ ਨੂੰ ਫਿਰ ਪੂਰੀ ਸਖਤੀ ਨਾਲ ਪਹਿਰਾ ਵੀ ਦਿੱਤਾ ਬਈ ਇੱਥੇ ਆਉਣ ਵਾਲੇ ਔਰ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਹਰ ਇੱਕ ਬੰਦਾ ਆਪਣੇ ਆਪ ਹੀ ਉੱਥੇ ਜਾਣ ਲੱਗ ਪਿਆ। ਮੋਰਚੇ ਦੇ ਵਿੱਚ ਹਰ ਇੱਕ ਬੰਦੇ ਨੂੰ ਆਉਣ ਲਈ ਜੀ ਕਰੇ, ਅਸੀਂ ਇਹ ਮਾਹੌਲ ਬਣਾਉਣਾ। ਤੇ ਪਰ ਅਜੇ ਤੱਕਰ ਇੱਥੇ ਕੋਈ ਜਿਹੜੀ ਧਾਮੀ ਸਾਹਿਬ ਵਾਲੀ ਗੱਲ ਆ ਜਾਂ ਬੱਬੂ ਮਾਨ ਵਾਲੀ ਗੱਲ ਆ, ਦਾਦੂਵਾਲ ਵਾਲੀ ਗੱਲ ਆ, ਇਹ ਗੱਲਾਂ ਨੂੰ ਜੇ ਇਗਨੋਰ ਕਰੀਏ ਕੋਈ ਬਹੁਤੀ ਵੱਡੀ ਮਾੜੀ ਗੱਲ ਨਹੀਂ ਵਾਪਰੀ, ਅੱਗੇ ਵਾਪਰ ਨਾ ਜਾਵੇ, ਕਿਉਂਕਿ ਹੁਣ ਮੋਰਚੇ ਦੇ ਵਿੱਚ ਤਾਕਤ ਸਮਰੱਥਾ ਦਿਨੋਂ ਦਿਨ ਵੱਧ ਰਹੀ ਆ, ਸਮਰਥਨ ਵੱਧ ਰਿਹਾ, ਤੇ ਇਸ ਕਰਕੇ ਇਹ ਬੜਾ ਮੌਕੇ ਦੇ ਉੱਤੇ ਸਹੀ ਜਿਹੜਾ ਹੈਗਾ ਜਥੇਦਾਰ ਜਗਤਾਰ ਸਿੰਘ ਹਵਾਰੇ ਨੇ ਜਿਹੜਾ ਲੈਟਰ ਜਾਰੀ ਕੀਤਾ, ਬਿਲਕੁਲ ਸਹੀ ਹਦਾਇਤ ਕੀਤੀ ਆ। ਤੇ ਮੋਰਚੇ ਦੇ ਪ੍ਰਬੰਧਕ ਖਾਸ ਤੌਰ ਤੇ ਜਿਹੜੇ ਉੱਥੇ ਨੌਜਵਾਨ ਨੇ, ਉਹ ਇਸ ਗੱਲ ਨੂੰ ਚੰਗੇ ਅਰਥਾਂ ਵਿੱਚ ਲੈਣ ਤੇ ਇਹ ਨਾ ਸਮਝੇ ਵੀ ਉੱਥੇ ਜਿਹੜੇ ਨੌਜਵਾਨਾਂ ਨੇ ਉੱਥੇ ਹਾਜ਼ਰੀਆਂ ਭਰੀਆਂ ਨੇ ਜਾਂ ਆਪਦੇ ਜਜ਼ਬਾਤਾਂ ਨੂੰ ਪੇਸ਼ ਕੀਤਾ ਵੀ ਉਹਨਾਂ ਨੂੰ ਲੱਗੇ ਲਓ ਜੀ ਸਾਨੂੰ ਮਤਾਂ ਦੇਣ ਲੱਗੇ। ਗੱਲ ਇਹ ਹੈਗੀ ਆ ਵੀ ਆਪਾਂ ਮੋਰਚਾ ਕਾਮਯਾਬ ਕਰਨਾ, ਜਿਵੇਂ ਆਪਣੇ ਘਰੇ ਕੋਈ ਖੁਸ਼ੀ ਦਾ ਗਮੀ ਦਾ ਕੋਈ ਸਮਾਗਮ, ਜਿਹੜਾ ਸ਼ਰੀਕ ਆ ਉਹ ਤਾਂ ਸਿਆਪਾ ਪਾਉਣ ਨੂੰ ਕੋਈ ਨਾ ਕੋਈ ਖਲੂਹਾ ਸਿੱਟੂਗਾ, ਕੋਈ ਨਾ ਕੋਈ ਪੁਆੜੇ ਵਾਲੀ ਗੱਲ ਕਰੂਗਾ। ਹੁਣ ਆਪਾਂ ਆਪਦਾ ਕਾਰਜ ਸਿਰੇ ਲੰਘਾਉਣਾ, ਆਪਾਂ ਉਸ ਮੌਕੇ ਜੇ ਥੋੜਾ ਜਿਹਾ ਦਿਲ ਕੈੜਾ ਰੱਖ ਕੇ ਟਾਈਮ ਲੰਘਾ ਲਈਏ ਤਾਂ ਚੰਗੀ ਗੱਲ ਆ, ਕਿਉਂਕਿ ਉਧਰ ਕਾਮਰੇਡ ਲਾਣਾ ਜਾਂ ਜਿਹੜੇ ਕਿਸਾਨ ਸੰਘਰਸ਼ ਮੌਕੇ ਔਖੇ ਨੇ ਆਪਣੇ ਤੇ, ਉਹ ਤਾਂ ਮੁੱਠੀਆਂ 'ਚ ਥੁੱਕੀ ਬੈਠੇ ਆ ਵੀ ਕਦੋਂ ਅਸੀਂ ਜਲੂਸ ਕੱਢੀਏ ਵੀ ਲਓ ਜੀ ਅਸੀਂ ਹੋਈ ਸੀ ਜਿਹਨਾਂ ਨੇ ਕਿਸਾਨ ਸੰਘਰਸ਼ ਦੇ ਪਲੇਟਫਾਰਮ ਤੋਂ ਇਹਨਾਂ ਨੂੰ ਝੱਲੀ ਰੱਖਿਆ, ਇਹ ਬੰਦੇ ਹੈ ਹੀ ਇਹੋ ਜਿਹੇ। ਸੋ ਇਸ ਗੱਲ ਤੋਂ ਜੇ ਅੱਗੇ ਤੁਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਉੱਥੇ ਇਕੱਠ ਰੱਖਿਆ ਗਿਆ, ਜਿਹਦੇ ਵਿੱਚ ਵੱਡੀਆਂ ਧਿਰਾਂ, ਵੱਡੇ ਇਕੱਠ, ਸੰਗਤਾਂ ਹਾਜ਼ਰੀਆਂ ਭਰੀਆਂ। ਭਾਈ ਕਰਨੈਲ ਸਿੰਘ ਪੰਜੋਲੀ ਵੀ ਉੱਥੇ ਹਾਜ਼ਰ ਹੋਏ, ਜਿਨ੍ਹਾਂ ਨੇ ਬਾਦਲ ਦਲ ਦੇ ਵਿੱਚ ਹੋਣ ਦੇ ਬਾਵਜੂਦ ਉਹਨਾਂ ਨੇ ਬਾਦਲ ਦਲ ਦੀ ਸਾਰੀ ਜਿਹੜੀ ਇਸ ਗੱਲ ਬਾਰੇ ਉਹਨਾਂ ਦਾ ਨਜ਼ਰੀਆ, ਉਹਦੇ ਬਾਰੇ ਜਿਹੜੇ ਵਿਚਾਰ ਦਿੱਤੇ ਆ, ਉਹਦੇ ਉੱਤੇ ਭਾਵੇਂ ਮੈਂ ਵੀ ਸਹਿਮਤ ਨਹੀਂ ਜਿਹੜਾ ਉਹਨਾਂ ਨੇ ਕਿਹਾ ਕਿ ਜੀ ਮਾਫੀ ਮੰਗਣ ਸੰਗਤ ਤੋਂ, ਮਾਫੀ ਮੂਫੀ ਤੋਂ ਤਾਂ ਗੱਲ ਉੱਤੇ ਆ। ਮਾਫੀ ਹੁੰਦੀ ਆ ਆਮ ਕਿਸੇ ਗਲਤੀ ਦੀ, ਜਿਵੇਂ ਅਣਜਾਣੇ ਚ ਜਾਣੇ ਚ ਕੋਈ ਗਲਤੀ ਹੋਈ, ਇਹ ਤਾਂ ਗੁਨਾਹ ਕੀਤੇ ਹੋਏ, ਸੋ ਉਹ ਤਾਂ ਗੱਲ ਵੱਖਰੀ ਆ। ਪਰ ਜਿਹੜੇ ਉਹਨਾਂ ਨੇ ਭਾਵਨਾਵਾਂ ਪ੍ਰਗਟਾਈਆਂ ਨੇ ਉਹਦੀ ਅਸੀਂ ਕਦਰ ਕਰਦੇ ਹਾਂ ਕਿ ਬਹੁਤ ਚੰਗੇ ਤਰੀਕੇ ਨਾਲ ਉਹਨਾਂ ਨੇ ਪੱਖ ਰੱਖਿਆ। ਬਾਦਲਕਿਆਂ ਦੇ ਬਾਰੇ ਸਿੱਖ ਜਗਤ ਦਾ ਪੱਖ ਕੀ ਆ, ਇਹ ਜੇ ਕਿਸੇ ਨੇ ਸੋਚਣਾ ਸਮਝਣਾ ਹੋਵੇ, ਉਹ ਜਿਹੜੀ ਕਰਨੈਲ ਸਿੰਘ ਪੰਜੋਲੀ ਨੇ ਕੌਮੀ ਇਨਸਾਫ ਮੋਰਚੇ ਦੀ ਸਟੇਜ ਤੋਂ ਗੱਲਾਂ ਕੀਤੀਆਂ ਨੇ, ਉਹਨਾਂ ਨੂੰ ਧਿਆਨ 'ਚ ਰੱਖ ਸਕਦਾ। ਅਗਲੀ ਗੱਲ ਜਿਹੜੀ ਆ ਕਰਨ ਵਾਲੀ ਉਹ ਇਹ ਆ ਕਿ ਭਾਈ ਅਮਰਤਪਾਲ ਸਿੰਘ ਖਾਲਸਾ, ਜਿਨ੍ਹਾਂ ਦਾ ਇਸ ਵੇਲੇ ਸਿੱਖ ਨੌਜਵਾਨਾਂ ਦੇ ਵਿੱਚ ਬਹੁਤ ਵੱਡਾ ਸਤਿਕਾਰ ਆ, ਉਹ ਵੀ ਇਸ ਮੋਰਚੇ 'ਚ ਜਦੋਂ ਹਾਜ਼ਰੀ ਭਰ ਕੇ ਆਏ ਆ ਤਾਂ ਉੱਥੇ ਦੋ ਤਿੰਨ ਗੱਲਾਂ ਵਾਪਰੀਆਂ। ਇੱਕ ਤਾਂ ਜਿਹੜੇ ਕੀਰਤਨੀਆ ਜਥੇ ਦੇ ਵਿੱਚੋਂ ਬਡਾਲਾ ਜੀ, ਜਿਨ੍ਹਾਂ ਨੇ ਇੱਥੇ ਮੋਰਚਾ ਵੀ ਲਾਇਆ ਹੈ ਦਰਬਾਰ ਸਾਹਿਬ ਦੇ ਕੋਲੇ, ਉਹਨਾਂ ਨੇ ਉੱਥੇ ਕੁਛ ਇਹੋ ਜਿਹੀ ਗੱਲਬਾਤ ਕਹਿ ਦਿੱਤੀ ਕਿ ਜੀ ਇੱਥੇ ਸ਼ਸਤਰ ਲੈ ਕੇ ਆਏ ਜਾਂ ਗੁਰੂ ਸਾਹਿਬ ਵੱਲ ਪਿੱਠ, ਉਹਦੇ ਕਰਕੇ ਥੋੜਾ ਜਿਹਾ ਬਦਮਗਜੀ ਪੈਦਾ ਹੋਈ। ਪਰ ਇਹ ਤੋਂ ਅਗਲੀ ਗੱਲ ਇਹ ਕਿ ਜਿਹੜੇ ਕੌਮ ਦੇ ਆਪਦੇ ਆਪ ਨੂੰ ਵਿਦਵਾਨ ਜਾਂ ਬੜੇ ਆਪਦੇ ਆਪ ਨੂੰ ਸੂਝਵਾਨ ਕਹਾਉਂਦੇ ਆ, ਉਹਨਾਂ ਨੂੰ ਬੜੀ ਮੱਖ ਲੜ ਰਹੀ ਆ ਤੇ ਉਹ ਕਹਿੰਦੇ ਆ ਕਿ ਜੀ ਜੇਕਰ ਜਿਹੜੀਆਂ ਗੱਲਾਂ ਇੱਥੇ ਕੌਮੀ ਇਨਸਾਫ ਮੋਰਚੇ ਦੀ ਸਟੇਜ ਤੋਂ ਆ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਕਰਨੀਆਂ ਨੇ, ਫਿਰ ਉਹ ਆਪਦੀ ਵੱਖਰੀ ਸਟੇਜ ਲਾ ਲੈਣ। ਹੁਣ ਇਹ ਜਿਹੜੇ ਵਿਦਵਾਨ ਨੇ, ਇਹਨਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਭਾਈ ਅਮਰਤਪਾਲ ਸਿੰਘ ਅਤੇ
ਇਸ ਮੋਰਚੇ ਦੇ ਪ੍ਰਬੰਧਕ ਤੇ ਉੱਥੇ ਹਾਜ਼ਰ ਸੰਗਤਾਂ ਨੂੰ ਇਹਨਾਂ ਵਿਚਾਰਾਂ ਦੀ ਕੋਈ ਪ੍ਰੋਬਲਮ ਨਹੀਂ, ਆਪਸ ਵਿੱਚ ਸਹਿਮਤੀ ਹੈ। ਸਾਰੇ ਖਾਲਿਸਤਾਨੀ ਨੇ ਤੇ ਜਿਹੜੇ ਗੈਰ ਖਾਲਿਸਤਾਨੀ ਵੀ ਉੱਥੇ ਜੇ ਆਉਂਦੇ ਆ ਜਾਂ ਜਿਹੜੇ ਖਾਲਿਸਤਾਨ ਦੇ ਉੱਤੇ ਹਜੇ ਸਹਿਮਤ ਨਹੀਂ ਹੈਗੇ, ਉਹਨਾਂ ਨੂੰ ਵੀ ਉੱਥੇ ਸਤਿਕਾਰ ਮਿਲਦਾ। ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇਕਰ ਕੋਈ ਪੰਥਕ ਜਾਂ ਖਾਲਿਸਤਾਨੀ ਸੋਚ ਵਾਲਾ ਬੰਦਾ ਥੋੜੀ ਜੀ ਜਿਹੜੀ ਗੱਲ ਆ ਉਹ ਜ਼ਿਆਦਾ ਸਪਸ਼ਟਤਾ ਨਾਲ ਕਹਿ ਰਿਹਾ ਵਾ ਤੇ ਉਹਨੂੰ ਤੁਸੀਂ ਮੱਤਾਂ ਦੇਣ ਬਹਿ ਜਾਓ ਕਿ ਜੀ ਇੱਥੇ ਤੁਸੀਂ ਆਪਦੀਆਂ ਗੱਲਾਂ ਨਹੀਂ ਕਰ ਸਕਦੇ, ਹੋਰ ਕਿਹੜੀ ਥਾਂ ਸਾਡੇ ਕੋਲੇ। ਸੋ ਉਹ ਕਿਸਾਨ ਸੰਘਰਸ਼ ਵਾਲੀ ਜਿਹੜੀ ਬੋਲੀ ਸੀਗੀ ਕਿ ਜੀ ਜੇ ਬਾਹਲੇ ਔਖੇ ਹੋ ਤਾਂ ਇਹ ਗੱਲਾਂ ਜੇ ਕਰਨੀਆਂ ਨੇ, ਇੱਥੇ ਤੱਕ ਲਈ ਅਸੀਂ ਫਸਲ ਦੀ ਗੱਲ ਕਰਨੀ ਆ, ਨਸਲਾਂ ਬਚਾਉਣ ਲਈ ਮੋਰਚਾ ਵੱਖਰਾ ਲਾ ਲਓ। ਹੁਣ ਨਸਲਾਂ ਬਚਾਉਣ ਲਈ ਮੋਰਚਾ ਵੱਖਰਾ ਲੱਗਦਾ ਗਿਆ। ਤੋ ਇੱਥੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਉਂ-ਜਿਉਂ ਇਸ ਮੋਰਚੇ ਨੇ ਜਿਹੜਾ ਹੈਗਾ ਤੇਜ਼ੀ ਫੜਨੀ ਆ, ਉੱਥੇ ਬੜਾ ਕੁਝ ਹੋਣਾ। ਅਸੀਂ ਤਾਂ ਭਾਈ ਜਗਤਾਰ ਸਿੰਘ ਤਾਰੇ ਤੇ ਭਾਈ ਪਰਮਜੀਤ ਸਿੰਘ ਭਿਉਰੇ ਦੀ ਗੱਲ ਦੇ ਵੀ ਬਲਿਹਾਰੇ ਜਾਂਦੇ ਆ। ਜਿਹੜਾ ਉਹਨਾਂ ਨੇ ਕਿਹਾ ਕਿ ਮੋਰਚਾ ਤਾਂ ਚਲੋ ਬੰਦੀ ਸਿੰਘਾਂ ਦੇ ਨਾਂ ਤੇ ਜਾਂ ਬਰਗਾੜੀ ਬਹਿਬਲ ਕੋਟਕਪੂਰਾ ਜਾਂ ਬੇਅਦਬੀ ਜਾਂ ਆਪਣੇ ਜਿਹੜਾ ਮਸਲਾ ਹੈਗਾ ਗਾਇਬ ਸਰੂਪਾਂ ਵਾਲਾ ਇਹਨਾਂ ਤੇ ਲੱਗ ਗਿਆ, ਪਰ ਇਹ ਮੁੱਦਿਆਂ ਤੋਂ ਅੱਗੇ ਵੀ ਤੁਰੀਏ। ਖਾਲਿਸਤਾਨ ਦੀ ਗੱਲ, ਕੌਮੀ ਸੰਘਰਸ਼ ਦੀ ਗੱਲ, ਪੰਥ ਨੂੰ ਦਰਪੇਸ਼ ਮਸਲਿਆਂ ਦੀ ਗੱਲ ਜਿਹੜੀ ਆ ਉਹ ਵੀ ਲਾਜ਼ਮੀ ਕਰੀਏ। ਸੋ ਬੜਾ ਵਧੀਆ ਮਾਹੌਲ ਜਿਹੜਾ ਹੈਗਾ ਉਹ ਬਣਦਾ ਜਾ ਰਿਹਾ। ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਜਿਹੜੀਆਂ ਆਹ ਚੁਕੰਦਰਾਂ ਜਿਹੀਆਂ ਛੱਡਣ ਵਾਲੇ ਨੇ ਕਿ ਜੀ ਫਲਾਨਾ ਗਲਤ ਆ ਧਮਕਾਨਾ ਗਲਤ ਆ, ਸਾਨੂੰ ਇਹਨਾਂ ਗੱਲਾਂ ਦਾ ਪਤਾ, ਇਹਨਾਂ ਤੋਂ ਇਹਨਾਂ ਦੀਆਂ ਵਿਚਾਰਿਆਂ ਦੇ ਲੱਤਾਂ ਬਾਹਰ ਨਹੀਂ ਚੱਲਦੀ। ਇਹ ਉਹ ਲੋਕ ਨੇ, ਜੇਕਰ ਖਾਲਿਸਤਾਨ ਬਣ ਗਿਆ ਨਾ, ਇਹਨਾਂ ਵਿਦਵਾਨਾਂ ਨੇ ਮਤਲਬ ਕਿ ਉਦੋਂ ਫਿਰ ਸਟੇਜਾਂ ਤੇ ਬਹਿ ਕੇ ਟੀਵੀ ਚੈਨਲਾਂ ਤੇ ਬਹਿ ਕੇ ਕਿਆ ਕਰਨਾ ਵੀ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਸੀ ਕਿ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ, ਸਿੱਖਾਂ ਦਾ ਤਾਂ ਹੋਂਦ ਹਸਤੀ ਖਤਮ ਹੋ ਜਾਣੀ ਹੈ। ਅੱਜ ਦੀ ਤਰੀਕ ਵਿੱਚ ਇਹਨਾਂ ਦੀ ਜ਼ੁਬਾਨ ਤੋਂ ਖਾਲਿਸਤਾਨ ਦੀ ਜਾਂ ਕੌਮ ਦੇ ਆਜ਼ਾਦੀ ਦੇ ਸੰਘਰਸ਼ ਦੀ ਹਮਾਇਤ ਹੋ ਹੀ ਨਹੀਂ ਸਕਦੀ। ਪਰ ਜਦੋਂ ਖਾਲਿਸਤਾਨ ਬਣ ਗਿਆ, ਸਭ ਤੋਂ ਮੂਹਰੇ ਹੋ ਕੇ ਇਹਨਾਂ ਵਿਚਾਰਿਆਂ ਨੇ ਦਲੀਲਾਂ ਦੇ ਕੇ ਸਾਬਤ ਕਰਨਾ ਕਿ ਖਾਲਿਸਤਾਨ ਕਿੰਨਾ ਜ਼ਰੂਰੀ ਹੈ। ਅੱਜ ਇਹਨਾਂ ਨੂੰ ਜੇ ਕੋਈ ਪੁੱਛ ਬੈਠੇ ਤਾਂ ਇਹਨਾਂ ਕੋਲੇ ਦਲੀਲਾਂ ਨੇ ਖਾਲਿਸਤਾਨ ਨਾ ਵੰਡਦੇ। ਉਦੋਂ ਇਹਨਾਂ ਵਿਦਵਾਨਾਂ ਕੋਲੇ ਦਲੀਲਾਂ ਹੋਣੀਆਂ ਨੇ ਕਿ ਇਹ ਤਾਂ ਲੇਟ ਹੋ ਗਿਆ ਜੀ ਕੰਮ, ਨਹੀਂ ਤਾਂ ਚਲੋ ਫਿਰ ਵੀ ਟਾਈਮ ਨਾਲ ਕੰਮ ਹੋ ਗਿਆ। ਇਹ ਇਸ ਤਰੀਕੇ ਦੀ ਇਹਨਾਂ ਦੀ ਕਥਾ ਤੋਂ ਇਹਨਾਂ ਗੱਲਾਂ ਦੇ ਵੱਲ ਬੜਾ ਧਿਆਨ ਦੇਣ ਦੀ ਲੋੜ ਨਹੀਂ। ਇਹ ਮੈਂ ਗਰੰਟੀ ਦਿੰਦਾ ਬਈ ਜਿਵੇਂ ਹੁਣ ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਜਾ ਰਿਹਾ ਕਿ ਅਮਰਤਪਾਲ ਸਿੰਘ ਬਿਲਕੁਲ ਉਵੇਂ ਕਰ ਰਿਹਾ ਜੀ ਜਿਵੇਂ ਭਿੰਡਰਾਂ ਵਾਲੇ ਸੰਤਾਂ ਨੇ ਕੀਤਾ ਸੀ। ਇਹ ਤਾਂ ਜੀ ਅਮਰਤਪਾਲ ਵਰਤਾਰਾ ਤੇ ਭਿੰਡਰਾਂ ਵਾਲਾ ਵਰਤਾਰਾ ਸੇਮ। ਫਿਰ ਅਗਲੀ ਗੱਲ ਵੀ ਬੜੀ ਮਾਰਦੇ ਆ ਟਕਾ ਕੇ, ਅਗੇ ਜੀ ਭਿੰਡਰਾਂ ਵਾਲੇ ਸੰਤਾਂ ਨੂੰ ਕਾਂਗਰਸ ਨੇ ਪੈਦਾ ਕੀਤਾ ਸੀ ਤੇ ਇਹਦੇ ਮਗਰ ਮੋਦੀ ਸਰਕਾਰ ਲੱਗਦੀ ਹੈ। ਹੁਣ ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ ਖਾੜਕੂ ਸੰਘਰਸ਼ ਵਾਲੀਆਂ ਗਤੀਵਿਧੀਆਂ 'ਚ ਖੜੋਤ ਆਈ ਤੇ ਅਸੀਂ ਦੂਜੇ ਪਾਸੇ ਨੂੰ ਆ ਜਨਤਕ ਪਲੇਟਫਾਰਮਾਂ ਤੋਂ ਗੱਲ ਸ਼ੁਰੂ ਕੀਤੀ ਹੈ, ਸਾਨੂੰ ਬੜੇ ਲੋਕਾਂ ਨੇ, ਦੂਰ ਦਰਾਡੇ ਬੈਠੇ ਮਿੱਤਰਚਾਰੇ ਨੇ ਜਾਂ ਜਿਹੜੇ ਸਾਡੇ ਵਿਚਾਰਾਂ ਨੂੰ ਸੁਣਦੇ ਕਰਦੇ ਆ, ਉਹਨਾਂ ਨੇ ਕਹਿਣਾ ਕਿ ਜੀ ਤੁਸੀਂ ਤੇਜ਼ੀ ਕਰੋ, ਚੱਕ ਦਿਓ ਫੱਟੇ, ਬਸ ਹੁਣ ਏਦਾਂ ਤੇ ਓਦਾਂ। ਮੈਂ ਉਦੋਂ ਇਹ ਗੱਲ ਕਈਆਂ ਨੂੰ ਆਖੀ ਵੀ ਸਾਡੇ ਆਲੇ ਦੁਆਲੇ ਜਿਹੜੀ ਇੱਕ ਵਿਉਂਤ ਜਿਹੜੀ ਬਣਤ ਬਣਾ ਦਿੱਤੀ ਗਈ ਹੈ, ਉਹਦੇ ਵਿੱਚ ਇੱਕ ਗੱਲ ਪੱਕੀ ਆ ਕਿ ਜਿਹੜਾ ਵੀ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਸਮਰਪਿਤ ਹੋ ਕੇ ਸਰਗਰਮੀਆਂ ਤੇਜ਼ ਕਰੂਗਾ ਨਾ, ਉਹਨੂੰ 3-4 ਇਲਜ਼ਾਮ ਝੱਲਣੇ ਪੈਣੇ। ਇੱਕ ਤਾਂ ਇਹ ਲਾਜ਼ਮੀ ਕਹਿਣਾ ਵੀ ਜੀ ਅਕਾਲੀ ਦਲ, ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਪੰਥਕ ਬੰਦਾ ਉਹ ਬਾਦਲ ਦਲ ਦੇ ਖਿਲਾਫ ਜ਼ਰੂਰ ਬੋਲੂਗਾ। ਬਾਦਲ ਦਲ ਦੀਆਂ ਕਰਤੂਤਾਂ, ਪਾਪ, ਕੁਫਰ, ਜਿਹੜਾ ਇਹਨਾਂ ਨੇ ਗੁਨਾਹ ਜਿਹੜਾ ਕੀਤਾ, ਜਿਹੜਾ ਸਿੱਖੀ ਦੀਆਂ ਜੜ੍ਹਾਂ ਪੱਟਣ ਵਾਲੀਆਂ ਕਰਤੂਤਾਂ ਇੰਡੀਅਨ ਸਟੇਟ ਦੀਆਂ, ਉਹਨਾਂ 'ਚ ਜਿਹੜੀ ਇਹਨਾਂ ਨੇ ਸਹਿਮਤੀ ਪ੍ਰਗਟਾ ਕੇ ਜੋ ਕੁਝ ਕੀਤਾ, ਇਹਦਾ ਵਿਰੋਧ ਪੰਥਕ ਬੰਦੇ ਨੂੰ ਕਰਨਾ ਹੀ ਪੈਣਾ। ਇਹ ਸੰਤ ਭਿੰਡਰਾਂ ਵਾਲੇ ਹੀ ਸੀਗੇ ਜਿਹੜੇ ਇਹ ਕਹਿੰਦੇ ਰਹੇ ਵੀ ਚਾਹੇ ਇਹਨਾਂ ਦੀਆਂ ਕਰਤੂਤਾਂ ਬਹੁਤ ਭੈੜੀਆਂ ਨੇ ਪਰ ਆਪਾਂ ਇਹਨਾਂ ਦੇ ਨਾਲ ਚੱਲਣਾ। ਅੱਜ ਦਾ ਜਿਹੜਾ ਹਿਸਾਬ ਕਿਤਾਬ ਆ ਉਹਦੇ ਵਿੱਚ ਕਹਾਣੀ ਹੋਰ। ਤੋ ਇਹਨਾਂ ਦਾ ਵਿਰੋਧ ਜਦੋਂ ਕੋਈ ਕਰੂਗਾ ਤਾਂ ਇਹਨਾਂ ਨੇ ਠਾਹ ਦੇਣੇ, ਕਹਿਣਾ ਕਿ ਇਹ ਸਾਡਾ ਵਿਰੋਧ ਕਰਦਾ ਨਾ, ਇਹਦਾ ਮਤਲਬ ਇਹ ਕਾਂਗਰਸ ਦਾ ਏਜੰਟ ਆ, ਇਹ ਫਲਾਣਾ। ਹੁਣ ਮੋਦੀ ਦਾ ਏਜੰਟ ਕਹਿਣਾ ਤਾਂ ਹੁਣ ਸ਼ੁਰੂ ਹੋਇਆ ਨਾ, ਜਦੋਂ ਇਹਨਾਂ ਦਾ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਮੋਦੀ ਨਾਲੋਂ ਟੁੱਟ ਟਟਈਆ ਹੋਇਆ, ਜਦੋਂ ਟੁੱਟ ਗਈ ਤੜਕ ਕਰਕੇ ਵਾਲਾ ਕੰਮ ਹੋ ਗਿਆ। ਉਦੋਂ ਪਹਿਲਾਂ ਤਾਂ ਇਹਨਾਂ ਦਾ ਇੱਕ ਹੁੰਦਾ ਸੀ ਵੀ ਇਹ ਕਾਂਗਰਸ ਦਾ ਏਜੰਟ ਆ, ਹੁਣ ਇਹ ਕਹਿਣ ਲੱਗ ਜਾਂਦੇ ਆ ਵੀ ਮੋਦੀ ਦਾ ਏਜੰਟ ਆ। ਸੋ ਇਹ ਗੱਲ ਮੈਂ ਵੀ ਕਹਿੰਦਾ ਰਿਹਾ ਕਿ ਹਰ ਉਸ ਬੰਦੇ ਨੂੰ ਜਿਹੜਾ ਪੰਥਕ ਸਫਾਂ ਦੇ ਵਿੱਚ ਖਾਲਿਸਤਾਨ ਦੀ ਗੱਲ ਕਰੂ, ਜਿਹੜਾ ਸੰਤ ਭਿੰਡਰਾਂ ਵਾਲਿਆਂ ਤੋਂ ਅੱਗੇ ਤੁਰੂ, ਉਹਨੂੰ ਇਹ ਕਾਂਗਰਸ ਦਾ, ਮੋਦੀ ਦਾ, ਭਾਰਤੀ ਖੁਫੀਆ ਏਜੰਸੀਆਂ ਦਾ ਏਜੰਟ ਜ਼ਰੂਰ ਕਹਿਣਗੇ, ਬਾਦਲ ਦਲ ਵਾਲੇ। ਦੂਜਾ ਇਹ ਹੈਗਾ ਬਈ ਜਦੋਂ ਇਹਨਾਂ ਬਹੁਤ ਸਾਰੇ ਇਹੋ ਜਿਹੇ
ਤੇ ਕਾਮਰੇਡ, ਐਂਟੀ ਸਿੱਖ ਤੇ ਆਪਦੇ ਆਪ ਨੂੰ ਲਿਬਰਲ ਜਾਂ ਸੈਕੂਲਰ ਜਾਂ ਹੋਰ ਪਤਾ ਨਹੀਂ ਕੀ ਕੁਛ ਅਪਗ੍ਰੇਡ ਸਪਗ੍ਰੇਡ ਕਹਾਉਣ ਵਾਲਾ ਇੱਕ ਲਾਣਾ ਪੈਦਾ ਹੋਇਆ। ਜਿਹੜੇ ਪੱਗਾਂ ਵੀ ਬੰਨ੍ਹਦੇ ਆ, ਬਾਣੀ ਵੀ ਪੜ੍ਹਦੇ ਆ, ਗਾਤਰੇ ਕਿਰਪਾਨਾਂ ਵੀ ਪਾਉਂਦੇ ਆ, ਸਿੱਖੀ ਸਰੂਪ ਵੀ ਰੱਖਦੇ ਆ, ਉਹਨਾਂ ਨੂੰ ਚਾਅ ਚੜ ਜਾਂਦਾ। ਫਿਰ ਉਹਨਾਂ ਨੇ ਭੰਡਣਾ ਵੀ ਇਹ ਬੰਦਾ ਜੀ ਇਹ ਤਾਂ ਫਿਰ ਹੈ ਜੀ ਉਹ ਜੀ ਫਲਾਣ ਜੀ ਢੀਂਗ। ਤੋ ਜਿਹੜਾ ਵੀ ਸਿੱਖ ਪੰਥ ਦੀ ਸੇਵਾ ਦੇ ਵਿੱਚ ਸਰਗਰਮ ਹੋਊਗਾ ਉਹਦੇ ਕੀੜੇ ਕੱਢਣ ਨੂੰ, ਔਰ ਅੰਮ੍ਰਿਤਪਾਲ ਸਿੰਘ ਦੇ ਵਾਰ ਅਸੀਂ ਦੇਖ ਰਹੇ ਹਾਂ ਉਹੀ ਸਾਰਾ ਕੁਝ ਹੋ ਗਿਆ ਬਿਲਕੁਲ ਉਵੇਂ। ਉਹਨੂੰ ਮੋਦੀ ਦਾ ਕਾਂਗਰਸ ਦਾ ਏਜੰਟ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਹੁਣ ਉਹਦੇ ਬਾਰੇ ਆ ਸੈਕੂਲਰ ਜਿਹੜੇ ਉਦਾਰਵਾਦੀ ਜਾਂ ਫਲਾਣੇ ਧਮਕਾਨੇ ਇਹਨਾਂ ਨੇ ਵੀ ਜਿਹੜੀ ਭਕਾਈ ਆ ਉਹ ਸ਼ੁਰੂ ਕਰ ਦਿੱਤੀ ਹੈ। ਉਹਦਾ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਅਹੁਦਾ ਹੈ ਉਹਦੇ ਵਿੱਚ ਅਜੇ ਇਹ ਕੋਈ ਜਿਵੇਂ ਕਹਿੰਦੇ ਆ ਮੋਰੀ ਕਰ ਨਹੀਂ ਸਕੇ, ਪਰ ਇਹਨਾਂ ਦਾ ਵਾਹ ਪੂਰਾ ਵਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਜਿਹੜਾ ਹੈਗਾ ਅਸੀਂ ਲੋਕਾਂ ਦੇ ਵਿੱਚ ਅਕਸ ਖਰਾਬ ਕਰ। ਸੋ ਭਾਰਤੀ ਹਕੂਮਤੀ ਤੰਤਰ ਦਾ ਓਨਾ ਜ਼ਿਆਦਾ ਜ਼ੋਰ ਨਹੀਂ ਲੱਗਿਆ ਹੁੰਦਾ ਜਿੰਨਾ ਸਾਡੀ ਕੌਮ ਦੇ ਅੰਦਰ ਜਿਹੜੇ ਕੀੜੇ ਮਕੌੜੇ ਆ ਉਹਨਾਂ ਦਾ ਜ਼ੋਰ ਲੱਗਿਆ ਹੁੰਦਾ ਲੱਤਾਂ ਖਿੱਚਣ ਦੇ। ਤੋ ਜਿਹੜਾ ਇਹ ਹਿਸਾਬ ਕਿਤਾਬ ਆ ਇਹਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਆ ਉਹ ਉਹੀ ਸਾਰਾ ਕੁਝ ਚੱਲ ਰਿਹਾ ਜਿਹੜਾ ਕੋ ਸੰਤ ਭਿੰਡਰਾਂ ਵਾਲਿਆਂ ਨੇ ਝੱਲਿਆ ਤੇ ਉਦੋਂ ਪਹਿਲਾਂ ਸਿੱਖ ਸੰਘਰਸ਼ ਮੌਕੇ ਜੁਝਾਰੂ ਲਹਿਰ ਨੇ ਝੱਲਿਆ। ਉਸ ਮੌਕੇ ਵੀ ਬੜੇ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਇੰਡੀਅਨ ਸਟੇਟ ਨਾਲੋਂ ਵੱਧ ਕੇ ਸਿੱਖ ਹੋਣ ਦੇ ਬਾਵਜੂਦ ਸਿੱਖ ਸੰਘਰਸ਼ ਦੇ ਖਿਲਾਫ ਜਿਹੜੇ ਨੇ ਉਹ ਗੱਲਾਂ ਕੀਤੀਆਂ। ਖੈਰ ਜਿਹੜਾ ਇਹ ਕਾਂਗਰਸ ਦੇ ਏਜੰਟ ਵਾਲੀ ਕਹਾਣੀ ਆ ਅੱਜ ਇਹਦੇ ਤੇ ਕੁਝ ਚਰਚਾ ਜਿਹੜੀ ਆ ਉਹ ਕਰਨ ਦਾ ਮਾਨਵਾ। ਪਰ ਪਹਿਲਾਂ ਇੱਕ ਮਸਲਾ ਹੋਰ ਆ ਬੜਾ ਜ਼ਰੂਰੀ, ਉਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ। ਇੱਕ ਨਹੀਂ ਦੋ ਨੇ, ਉਹ ਨਿੱਕੀਆਂ ਨਿੱਕੀਆਂ ਗੱਲਾਂ ਨੇ। ਪਹਿਲੀ ਤਾਂ ਇਹ ਆ ਕਿ ਇੱਥੇ ਘਾਟੀ ਦਰਬਾਰ ਹਮੇਸ਼ਾ ਲੱਗਿਆ ਹੁੰਦਾ ਅਕਾਲ ਤਖਤ ਸਾਹਿਬ ਦੇ ਸਨਮੁਖ। ਉੱਥੇ ਬੜੀ ਅਜੀਬ ਗੱਲ ਹੋਈ ਵੀ ਕਿਤੇ ਥੋੜੇ ਜਿਹੇ ਉੱਥੇ ਗੋਰੇ ਜਾਂ ਅੰਗਰੇਜ਼ ਗੋਰੀ ਨਸਲ ਦੇ ਹੋਣੇ ਆ ਬੰਦੇ, ਉਹ ਆ ਕੇ ਉੱਥੇ ਕਿਤੇ ਦੀਵਾਨ ਦੇ ਵਿੱਚ ਬਹਿ ਗਏ। ਢਾਡੀਆਂ ਨੂੰ ਪਤਾ ਨਹੀਂ ਕੀ ਬੁਖਾਰ ਜਿਹੜੇ ਆ ਉਹਨਾਂ ਨੇ ਮਿੰਟੋ ਮਿੰਟੀ ਅੰਗਰੇਜ਼ੀ ਚ ਸ਼ੁਰੂ ਕਰਤਾ। ਹੁਣ ਇਹ ਸੋਚ ਕੇ ਸਾਡੇ ਬੰਦੇ ਖੁਸ਼ ਬੜੇ ਨੇ ਗਈ ਬਈ ਦੇਖੋ ਜੀ ਸਾਡੇ ਢਾਡੀ ਕਲਾ ਜਿਹੜੀ ਆ ਉਹ ਅੰਗਰੇਜ਼ੀ ਵਿੱਚ ਬੋਲ ਰਹੇ ਨੇ ਤੇ ਅੰਗਰੇਜ਼ਾਂ ਨੂੰ ਸਮਝਾ ਰਹੇ। ਭਾਈ ਉੱਥੇ ਸਿੱਖ ਇਨਫੋਰਮੇਸ਼ਨ ਸੈਂਟਰ ਬਣਿਆ ਹੋਇਆ, ਉਹਨਾਂ ਨੂੰ ਅੰਗਰੇਜ਼ੀ ਚ ਸਮਝਾ ਦੇਣਗੇ, ਇਤਿਹਾਸ ਤੇ ਕਿਤਾਬਾਂ ਬੜੀਆਂ ਨੇ ਬਾਹਰ, ਪਰ ਉਹ ਚਾਹੀਦਾ ਨਹੀਂ। ਜੇ ਅਸੀਂ ਆਪਦੀ ਬੋਲੀ ਇੱਕ ਸਕਿੰਟ ਵਿੱਚ ਗੋਰਿਆਂ ਨੂੰ ਦੇਖ ਕੇ ਬੋਲੀ ਬਦਲ ਲਈ ਤਾਂ ਕੱਲ ਨੂੰ ਜੇ ਉੱਥੇ ਹੋਰ ਮੋਰ ਹਿੰਦੂ ਆ ਕੇ ਬਹਿ ਜਾਣ ਤੇ ਉਹ ਕਹਿਣ ਸਾਨੂੰ ਹਿੰਦੀ ਚ ਸੁਣਾ ਦਿਓ। ਫਿਰ ਉਹ ਜਿਹੜੇ ਦੱਖਣੀ ਭਾਰਤ ਵਾਲੇ ਆ ਉਹਨਾਂ ਨੇ ਪੁਆੜਾ ਪਾ ਲੈਣਾ ਵੀ ਸਾਨੂੰ ਤਾਂ ਜੀ ਹਿੰਦੀ ਦੀ ਵੀ ਲੋੜ ਨਹੀਂ, ਸਾਨੂੰ ਤਾਂ ਸਾਡੀ ਬੋਲੀ ਚ ਸੁਣਾਓ। ਇਹ ਗੱਲ ਨਹੀਂ ਅਸੀਂ ਕਹਿੰਦੇ ਕਿ ਬਾਕੀ ਬੋਲੀਆਂ ਨੂੰ ਅਸੀਂ ਕੋਈ ਨਫ਼ਰਤ ਕਰਦੇ ਆ, ਪਰ ਸਾਡੀ ਆਪਦੀ ਬੋਲੀ ਇੰਨੇ ਭਾਰੀ ਖਤਰੇ ਚ ਆ। ਅਸੀਂ ਤਾਂ ਉਲਟਾ ਇਹ ਚਾਹੀਏ ਕਿ ਜਿਹੜੇ ਸਾਡੇ ਧਰਮ ਬਾਰੇ ਸਾਡੇ ਇਤਿਹਾਸ ਬਾਰੇ ਜਾਣਨਾ ਚਾਹੁੰਦੇ ਆ ਉਹ ਸਾਡੀ ਬੋਲੀ ਵਿੱਚ ਲਿਖੀਆਂ ਕਿਤਾਬਾਂ ਪੜ੍ਹਨ ਤੇ ਸਾਡੀ ਬੋਲੀ ਨੂੰ ਸਿੱਖਣ। ਦੂਜੀ ਗੱਲ ਇਹ ਕਿ ਹੋਰਨਾਂ ਬੋਲੀਆਂ ਚ ਕਿਤਾਬਾਂ ਛਪ ਰਹੀਆਂ ਨੇ, ਛਪਣੀਆਂ ਵੀ ਚਾਹੀਦੀਆਂ ਨੇ, ਉਹ ਉਹਨਾਂ ਲਈ ਪਹਿਲਾਂ ਹੀ ਮੌਜੂਦ ਨੇ। ਤੋ ਸਾਨੂੰ ਢਾਡੀਆਂ ਤੋਂ ਜਾਂ ਕਥਾਕਾਰਾਂ ਤੋਂ ਜਾਂ ਹੋਰ ਸਾਰਿਆਂ ਤੋਂ ਅੰਗਰੇਜ਼ੀ ਵਿੱਚ ਇਸ ਤਰ੍ਹਾਂ ਕਰਨਾ ਕਰਾਉਣਾ, ਫਿਰ ਤਾਂ ਅਸੀਂ ਹੌਲੀ ਹੌਲੀ ਆਪਦੀ ਬੋਲੀ ਛੱਡ ਜਾਵਾਂਗੇ। ਫਿਰ ਲੋਕਾਂ ਨੂੰ ਲੱਗੂਗਾ ਹਰੇਕ ਢਾਡੀ ਕਥਾਕਾਰ ਪ੍ਰਚਾਰਕ ਨੂੰ ਵੀ ਆਪਦੀ ਬੋਲੀ ਦੀ ਥਾਂ ਤੇ ਮੈਂ ਹਿੰਦੀ ਚ ਬੋਲਾਂ, ਕੋਈ ਕਹੂ ਮੈਂ ਪੰਜਾਬੀ ਛੱਡ ਕੇ ਅੰਗਰੇਜ਼ੀ ਚ ਬੋਲਾਂ, ਕੋਈ ਤਾਮਿਲ ਚ, ਕੋਈ ਮਲਿਆਲਮ ਚ, ਕੋਈ ਹੋਰ। ਉਹ ਫਿਰ ਕਹਾਣੀ ਜਿਹੜੀ ਆ ਅਸੀਂ ਪੰਜਾਬੀ ਬੋਲੀ ਨੂੰ ਜਿਹੜਾ ਖਤਰਾ ਉਹਨੂੰ ਪਹਿਲਾਂ ਹੀ ਬੜਾ ਹੋਰ ਪਾਸਿਆਂ ਤੋਂ ਭਿਆਨਕ ਖਤਰੇ ਨੇ। ਬੇਸ਼ੱਕ ਭਗਵੰਤ ਮਾਨ ਵਾਲੀ ਸਰਕਾਰ ਨੇ ਬੜੀਆਂ ਮਾਰੀਆਂ ਨੇਗੀਆਂ ਟਾਰਾਂ ਵੀ ਅਸੀਂ ਜਿਹੜਾ 21 ਫਰਵਰੀ ਤੋਂ ਬਾਅਦ ਵਿੱਚ ਕੋਈ ਦੇਖ ਲਿਆ ਪੰਜਾਬ ਵਿੱਚ ਪੰਜਾਬੀ ਵਿੱਚ ਨਹੀਂ ਗੱਲ ਕਰਦਾ ਜਾਂ ਦਫ਼ਤਰਾਂ 'ਚ ਅਸੀਂ ਐਂ ਕਰ ਦਿਆਂਗੇ। ਪਰ ਹੁਣੇ ਉਹਦਾ ਰੱਫੜ ਜਿਹਾ ਪੈ ਕੇ ਹਟਿਆ ਜਦੋਂ ਅਫਸਰਸ਼ਾਹੀ ਨਾਲ ਸਰਕਾਰ ਦਾ, ਉਦੋਂ ਸਾਰਾ ਚਿੱਠੀ ਚੀਰਾ ਅਖਬਾਰਾਂ 'ਚ ਖਬਰਾਂ ਆ ਚੁੱਕੀਆਂ ਨੇ ਤੇ ਉਹ ਅੰਗਰੇਜ਼ੀ 'ਚ ਕੀਤਾ। ਤੇ ਪਟਿਆਲਾ ਯੂਨੀਵਰਸਿਟੀ ਨੇ ਸਾਰੇ ਆਇਡੈਂਟੀ ਕਾਰਡ ਜਿਹੜੇ ਨੇ ਉਹ ਜਾਰੀ ਕੀਤੇ ਆ, ਉਹਦੇ ਅੱਜ ਅਖਬਾਰਾਂ 'ਚ ਖਬਰ ਲੱਗੀ ਹੋਈ ਆ ਵੀ ਉਹ ਅੰਗਰੇਜ਼ੀ 'ਚ ਕੀਤੇ ਨੇ। ਸੋ ਪੰਜਾਬੀ ਬੋਲੀ ਨੂੰ ਤਾਂ ਸਰਕਾਰ ਜਿਹੜੀ ਆ ਉਹ ਵੀ ਬੇਬਸ ਹੋਈ ਫਿਰਦੀ ਆ। ਜਿਹੜੇ ਪੰਜਾਬੀ ਬੋਲੀ ਦੇ ਦੁਸ਼ਮਣ ਨੇ ਉਹ ਪੰਜਾਬੀ ਦੇ ਖਿਲਾਫ ਡਟੇ ਹੋਏ ਨੇ ਪੰਜਾਬ ਦੇ ਵਿੱਚ। ਇਹ ਸਿਰਫ ਉਦੋਂ ਬੰਦੇ ਦੇ ਪੁੱਤ ਬਣੇ ਸੀਗੇ ਜਦੋਂ ਸਾਡੇ ਜੁਝਾਰੂ ਸਿੰਘਾਂ ਨੇ ਪੰਜਾਬੀ ਲਾਗੂ ਕਰਾਈ ਸੀ 1990-91 ਦੇ ਵਿੱਚ। ਉਦੋਂ ਤਾਂ ਇਹ ਸੀਗਾ ਵੀ ਜਿਹੜੇ ਥਾਣੇ ਸੀ, ਥਾਣਿਆਂ ਤੋਂ ਪੁਲਿਸ ਮੁਲਾਜ਼ਮ ਸਿਵਲ ਕੱਪੜਿਆਂ 'ਚ ਆਉਂਦੇ ਸੀ, ਜਿਹੜੇ ਵਿਚਾਰੇ ਪਿੰਡਾਂ ਦੇ ਸ਼ਹਿਰਾਂ ਦੇ ਬਾਜ਼ਾਰਾਂ ਦੇ ਵਿੱਚ ਮੁੰਡੇ ਪੇਂਟ ਪੂਟ ਦਾ ਕੰਮ ਕਰਦੇ ਆ, ਉਹਨਾਂ ਨੂੰ ਚੱਕ ਕੇ ਲੈ ਜਾਂਦੇ ਸੀ। ਵੀ ਅਗਲਾ ਕਹਿੰਦਾ ਸੀਗਾ ਜੀ ਸਾਡੇ ਸਕੂਟਰ ਦੇ ਉੱਤੇ ਪੰਜਾਬੀ ਲਿਖੋ, ਅਸੀਂ ਬਾਜ਼ਾਰ 'ਚ ਜਾਣਾ ਜਾਂ ਇੱਧਰ ਤੋਂ ਜਾਣਾ ਤੇ ਸਿੰਘ ਨਾ ਘੇਰ ਲੈਣ ਵੀ ਤੁਸੀਂ ਅੰਗਰੇਜ਼ੀ 'ਚ ਲਿਖੀ ਫਿਰਦੇ ਹੋ, ਅਸੀਂ ਪੰਜਾਬੀ 'ਚ ਨੇਮ ਪਲੇਟ ਲਿਖਾਉਣੀ ਆ, ਨੰਬਰ ਪਲੇਟ ਜਿਹੜੀ ਪਲੇਟ ਆ ਉਹ ਲਿਖਾਉਣੀ ਆ।
ਤੇ ਥਾਣੇ ਵਾਲੇ ਕਹਿੰਦੇ ਸੀਗੇ ਤੁਹਾਡਾ ਸਾਜੂ ਜੇ ਸਾਡੇ ਬੰਬ ਚਲਾ ਗਿਆ ਕੋਈ ਸਾਡਾ ਔਖਾ ਹੋ ਜਾਣਾ, ਪਹਿਲਾਂ ਅਸੀਂ ਥਾਣੇ ਤੇ ਲਿਖਾ ਲਈਏ ਵੀ ਸਾਡਾ ਥਾਣਾ ਪੰਜਾਬੀ ਚ ਲਿਖਿਆ। ਤੋ ਉਸ ਟਾਈਮ ਦੇ ਪੰਜਾਬ ਦੇ ਹਰ ਪਿੰਡ, ਸ਼ਹਿਰ, ਚੌਂਕੀ, ਥਾਣੇ ਦੇ ਵਿੱਚ ਜਿਹੜੀ ਸੀ ਉਦੋਂ ਪੰਜਾਬੀ ਲਾਗੂ ਹੋਈ ਸੀ ਸਰਕਾਰੀ ਦਫ਼ਤਰਾਂ ਤੇ ਉਦੋਂ ਤਾਂ ਪੰਜਾਬੀ ਹਫ਼ਤਾ ਜਿਹੜਾ ਸੀਗਾ ਉਹ ਵੀ ਮਨਾਉਣ ਲੱਗ ਪਏ ਸੀਗੇ। ਤੋ ਹੁਣ ਵੀ ਮਨਾਉਂਦੇ ਆ, ਪਰ ਹੁਣ ਕੰਜਰਖਾਨਾ ਫੇਰ ਅਸੀਂ ਸ਼ੁਰੂ ਕਰ ਲਿਆ, ਪੰਜਾਬੀ ਸਪਤਾਹ ਮਨਾਉਂਦੇ ਆ। ਸਪਤਾਹ ਤਾਂ ਮੇਰੇ ਖਿਆਲ ਚ ਹਿੰਦੀ ਦਾ ਅੱਖਰ ਆ ਜਾਂ ਸੰਸਕ੍ਰਿਤ ਦਾ ਹੋਣਾ, ਇਹ ਹਫ਼ਤਾ ਆਖਰ ਪੰਜਾਬੀ ਚ ਬੋਲਿਆ ਜਾਂਦਾ। ਸੋ ਪੰਜਾਬੀ ਬੋਲੀ ਨੂੰ ਤਾਂ ਸਰਕਾਰ ਵੱਲੋਂ ਪਹਿਲਾਂ ਹੀ ਬੜਾ ਜਿਹੜਾ ਹੈਗਾ ਉਹ ਬੇਬਸੀ ਪ੍ਰਗਟਾਈ ਜਾ ਰਹੀ ਆ ਕਿ ਸਾਤੋਂ ਪੰਜਾਬੀ ਬਚਾਈ ਨਹੀਂ ਜਾ ਰਹੀ। ਇੱਥੇ ਪੰਜਾਬ ਦੇ ਵਿੱਚ ਜਿਹੜੇ ਨੌਕਰੀਆਂ ਵਾਲੇ ਨੇ, ਜਿੰਨੇ ਜਿਹੜੇ ਚੱਲਦੇ ਆ ਮੋਬਾਈਲ ਸਰਵਿਸ ਜਾਂ ਹੋਰ ਆ, ਉਹ ਵੀ ਸਾਰੇ ਹਿੰਦੀ ਚ। ਫਿਰ ਜੇ ਟੋਲ ਪਲਾਜ਼ਾ ਤੇ ਜਾਓ ਤਾਂ ਦੂਜਿਆਂ ਸੂਬਿਆਂ ਦੇ ਲੋਕ ਲਾਤੇ, ਲੁਧਿਆਣੇ, ਚੰਡੀਗੜ੍ਹ, ਅੰਮ੍ਰਿਤਸਰ, ਹੋਰਨਾਂ ਸੂਬਿਆਂ ਦੇ ਵਿੱਚ 50-60% ਆਬਾਦੀ ਗੈਰ ਪੰਜਾਬੀਆਂ ਦੀ ਹੋ ਗਈ ਆ। ਸੋ ਪੰਜਾਬੀ ਬੋਲੀ ਨੂੰ ਜੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਲੱਗੇ ਢਾਡੀ ਵੀ ਤਿਆਗ ਜਾਣਗੇ, ਫਿਰ ਔਖਾ ਹੋ। ਸੋ ਇੱਕ ਤਾਂ ਇਹ ਗੱਲ ਸਾਨੂੰ ਜਚੀ ਨਹੀਂ ਕਿ ਪੰਜਾਬੀ ਬੋਲੀ ਨੂੰ ਤਿਆਗ ਕੇ ਢਾਡੀ ਵੀ ਜਾਂ ਪ੍ਰਚਾਰਕ ਵੀ ਸਾਡੇ ਹੋਰ ਬੋਲੀਆਂ ਬੋਲਣ। ਤੇ ਅਗਲਾ ਜਿਹੜਾ ਮਸਲਾ ਉਹ ਇਹ ਆ ਕਿ ਇੱਕ ਸਾਡੇ ਇੱਥੇ ਮੱਲ ਸਿੰਘ ਹਿਸਟੋਰੀਅਨ ਨੇਗੇ, ਉਹ ਬੜੇ ਚੰਗੇ ਸੱਜਣ ਨੇ, ਪਹਿਲਾਂ ਵੀ ਉਹਨਾਂ ਨੇ ਕਈ ਕਿਤਾਬਾਂ ਲਿਖੀਆਂ ਨੇ। ਇੱਕ ਉਹਨਾਂ ਦਾ ਬਹੁਤ ਇਤਿਹਾਸਕ ਕਾਰਜ ਵਾ, ਉਹਦਾ ਕਿਤਾਬ ਦਾ ਨਾਮ ਆ ਡਾਕਟਰ ਅੰਬੇਦਕਰ ਸਿੱਖ ਕਿਉਂ ਨਾ ਬਣ ਸਕੇ। ਪਰਸੋਂ ਵੀ ਉਹਨਾਂ ਦੀ ਗੱਲ ਹੋਈ, ਇੱਕ ਦਿਨ ਅਕਾਲ ਤਖਤ ਸਾਹਿਬ ਤੇ ਉਹਨਾਂ ਦਾ ਸਨਮਾਨ ਵੀ ਹੋਇਆ, ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਹੈ। ਉਹ ਬੜੇ ਚੰਗੇ ਸੱਜਣ ਨੇ ਤੇ ਉਹਨਾਂ ਨੇ ਜਿਹੜਾ ਇਹ ਇਤਿਹਾਸਕ ਹਵਾਲੇ ਦੇ ਕੇ ਪੂਰੀ ਖੋਜ ਕਰਕੇ ਇਹ ਦੱਸਿਆ ਕਿ ਇਹਦੇ ਲਈ ਸਿੱਖਾਂ ਦਾ ਕਸੂਰ ਵੱਧ ਵਾ, ਸਿੱਖਾਂ ਦਾ ਕਸੂਰ ਘੱਟ ਵਾ। ਜਿਹੜੇ ਸਿੱਖ ਨਹੀਂ ਸਜੇ, ਅੰਬੇਦਕਰ ਤੇ ਹੋਰ ਲੋਕ, ਉਹਨਾਂ ਦੀ ਜਾਂ ਗਾਂਧੀ ਦੀ ਕੀ ਇਹਦੇ ਚ ਗੜਬੜ ਸੀ, ਨਹਿਰੂ ਹੋਣਾ ਦਾ ਕੀ ਸੀ, ਇਹ ਸਾਰੇ ਤੱਥ ਜਿਹੜੇ ਆ ਉਹਨਾਂ ਨੇ ਇਹ ਚ ਲਿਖੇ। ਅੱਜ ਇਹ ਗੱਲ ਤਾਂ ਕਰਨੀ ਪੈ ਰਹੀ ਆ ਕਿ ਯੂਪੀ ਦੇ ਵਿੱਚ ਇੱਕ ਆਗੂ ਉੱਭਰਿਆ, ਉਹਨਾਂ ਕੋਈ ਭੀਮ ਆਰਮੀ ਬਣਾਈ ਆ। ਉਹ ਡਾਕਟਰ ਭੀਮ ਜਿਹੜਾ ਭੀਮਰਾਓ ਅੰਬੇਦਕਰ ਦੇ ਨਾਂ ਤੇ ਉਹਨਾਂ ਨੇ ਆਪਦੀ ਜਥੇਬੰਦੀ ਦਾ ਨਾਮ ਭੀਮ ਆਰਮੀ ਬਣਾਇਆ। ਉਹ ਉੱਥੇ ਵਿਪਰਵਾਦ, ਬ੍ਰਾਹਮਣਵਾਦ ਦੇ ਖਿਲਾਫ ਲੜ ਰਹੇ ਨੇ। ਤੇ ਜਦੋਂ ਵੀ ਕੋਈ ਬੰਦਾ ਭਾਰਤ ਵਿੱਚ ਬ੍ਰਾਹਮਣਵਾਦ ਦੇ ਖਿਲਾਫ ਲੜੇ, ਉਹਨੂੰ ਸਿੱਖੀ ਦੀ ਤੇ ਸਿੱਖਾਂ ਦੀ ਲੋੜ ਪੈਂਦੀ ਹੈ। ਸੋ ਕਿਸੇ ਚੱਕਰ ਦੇ ਵਿੱਚ ਕਿਸੇ ਵਿਦਵਾਨ, ਕਿਸੇ ਚੰਗੇ ਬੰਦੇ ਦੀ ਸਲਾਹ ਦੇ ਉੱਤੇ ਭੀਮ ਆਰਮੀ ਦਾ ਮੁਖੀ ਚੰਦਰ ਸ਼ੇਖਰ ਆਪਦੇ ਸਾਥੀਆਂ ਸਮੇਤ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਆਇਆ। ਦਸਤਾਰ ਸਜਾ ਕੇ ਉਹਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਗੋਸ਼ਟੀ ਕੀਤੀ ਤੇ ਇਹ ਸਵਾਲ ਵੀ ਉਹਨੇ ਪੁੱਛਿਆ ਕਿ ਜਿਹੜਾ ਇਹ ਚਰਚਾ ਚੱਲ ਰਿਹਾ ਕਿ ਉਦੋਂ ਜੀ ਜਿਹੜਾ ਸੀਗਾ ਡਾਕਟਰ ਅੰਬੇਦਕਰ ਦੀ ਕਮਾਂਡ ਹੇਠ ਬੜੀ ਵੱਡੀ ਗਿਣਤੀ ਵਿੱਚ ਸਿੱਖ ਸਜਣੇ ਸੀਗੇ, ਤੇ ਉਹ ਗੱਲ ਕੀ ਸੀ। ਤਾਂ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਨਾਲੇ ਤਾਂ ਸਾਰੀ ਗੱਲ ਸਮਝਾਈ ਤੇ ਨਾਲੇ ਜਿਹੜੀ ਕਿਤਾਬ ਆ ਗਿਆਨੀ ਮੱਲ ਸਿੰਘ ਵਾਲੀ, ਉਹ ਵੀ ਉਸ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਨੂੰ ਦਿੱਤੀ, ਜਿਹਦੇ ਤੋਂ ਬਾਅਦ ਵਿੱਚ ਜਿੰਨੀ ਕੁ ਉਹਨੂੰ ਉਸ ਗੋਸ਼ਟੀ ਦੇ ਵਿੱਚ ਚਰਚਾ ਦੇ ਵਿੱਚ ਤਸੱਲੀ ਹੋਈ, ਉਹਨੇ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਨੇ ਮੀਡੀਆ ਦੇ ਸਾਹਮਣੇ ਆਪਦੀ ਤਸੱਲੀ ਪ੍ਰਗਟਾਈ ਆ ਕਿ ਠੀਕ ਆ ਜੀ, ਉਹ ਦੌਰ ਸੀ, ਉਦੋਂ ਜੋ ਕੁਝ ਵਾਪਰਿਆ ਮੈਂ ਉਹਦੇ ਵੀ ਸਾਰੇ ਵੇਰਵੇ ਲੈ ਲਏ ਨੇ, ਪਰ ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਸਾਡੇ ਲਈ ਬਹੁਤੀ ਅਰਥ ਨਹੀਂ ਰੱਖਦੀ ਕਿ ਉਦੋਂ ਕੀ ਵਾਪਰਿਆ ਸੀ। ਸੋ ਜੇਕਰ ਭੀਮ ਆਰਮੀ ਜਾਂ ਦਲਿਤ ਭਾਈਚਾਰਾ ਜਾਂ ਜਿਹੜੇ ਦੱਬੇ ਕੁਚਲੇ ਸਤਾਏ ਹੋਏ ਲੋਕ ਨੇ ਬ੍ਰਾਹਮਣਵਾਦ ਦੇ, ਉਹ ਜੇ ਸਿੱਖੀ ਦੇ ਨੇੜੇ ਆਉਂਦੇ ਆ ਤਾਂ ਇਹਦੇ ਨਾਲੋਂ ਵਧੀਆ ਕੋਈ ਗੱਲ ਹੋਰ ਹੋ ਨਹੀਂ ਸਕਦੀ। ਅਸੀਂ ਆਸ ਕਰਦੇ ਹਾਂ ਕਿ ਬ੍ਰਾਹਮਣਵਾਦ ਦੇ ਖਿਲਾਫ, ਮਨਮਤ ਦੇ ਖਿਲਾਫ ਜਿਹੜੀ ਜੰਗ ਲੜ ਰਹੇ ਲੋਕ ਨੇ, ਉਹ ਹੌਲੀ ਹੌਲੀ ਸਿੱਖੀ ਵਾਲੇ ਪਾਸੇ ਆਉਣਗੇ। ਹੁਣ ਆਪਾਂ ਆਉਂਦੇ ਆ ਜਿਹੜਾ ਕਾਂਗਰਸ ਨੂੰ ਕਾਂਗਰਸ ਦਾ ਏਜੰਟ ਵਾਲਾ ਮਸਲਾ। ਇਹ ਗੱਲ ਇਸ ਕਰਕੇ ਛੇੜ ਰਿਹਾ ਕਿ ਇੱਕ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ, ਲੈਫਟੀਨੈਂਟ ਜਨਰਲ KS ਬਰਾੜ, ਹੁਣ ਤਾਂ ਰਿਟਾਇਰ, ਇਹ ਬੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਦਿੱਤੀ ਆ ਜਿਹਦਾ ਬੜਾ ਰੌਲਾ ਪਿਆ ਹੋਇਆ। ਉਹਦੇ ਵਿੱਚ ਉਹਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਜਿਹਦਾ ਅੱਡ-ਅੱਡ ਤਰੀਕਿਆਂ ਨਾਲ ਜਿਹੜਾ ਜਵਾਬ ਆ ਸਿੱਖ ਜਗਤ ਵੱਲੋਂ ਦਿੱਤਾ ਜਾ ਰਿਹਾ। ਉਹਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਿਹੜੀਆਂ ਉਹਦੇ ਵਿੱਚ ਇਹ ਵੀ ਉਹਨੇ ਭਕਾਈ ਮਾਰੀ ਆ ਕਿ ਭਿੰਡਰਾਂ ਵਾਲੇ ਸੰਤਾਂ ਨੂੰ ਕਾਂਗਰਸ ਨੇ ਪਹਿਲਾਂ ਉਭਾਰਿਆ ਸੀ, ਇੰਦਰਾ ਗਾਂਧੀ ਨੇ ਉਭਾਰਿਆ ਸੀ, ਮੁੜ ਕੇ ਫਿਰ ਜਦੋਂ ਹੱਥੋਂ ਨਿਕਲ ਗਏ, ਪੰਥ ਦੀ ਗੱਲ ਕਰਨ ਲੱਗ ਗਏ ਤਾਂ ਫਿਰ ਖਾਲਿਸਤਾਨ ਤੱਕ ਚਲੇ ਗਏ। ਇਸ ਕਰਕੇ ਇਹ ਜਿਹੜਾ ਸੀਗਾ ਉਹਨਾਂ ਨੂੰ ਫਿਰ ਸਫਾਇਆ ਵੀ, ਉਹਨਾਂ ਦਾ ਖਾਤਮਾ ਵੀ ਅਕਾਲ ਤਖਤ ਸਾਹਿਬ ਤੇ ਜਿਹੜਾ ਹਮਲਾ ਕਰਕੇ ਉਹ ਇੰਦਰਾ ਗਾਂਧੀ ਨੂੰ ਕਰਵਾਉਣਾ ਪਿਆ। ਇਸ ਤਰੀਕੇ ਦੀ ਕਹਾਣੀ ਜਿਹੜੀ ਆ ਉਹ ਪਹਿਲਾਂ ਵੀ ਬਹੁਤ ਸਾਰਿਆਂ ਨੇ ਕਹੀ ਆ ਤੇ ਉਹਨਾਂ ਸਾਰਿਆਂ ਦੇ ਵਾਂਗ ਹੀ ਇਹਨੇ ਇਹ ਗੱਲ ਕੀਤੀ।
ਇਹ ਗੱਲ ਛੱਡ ਕੇ ਇੱਕ ਹੋਰ ਗੱਲਾਂ ਜਿਹੜੀਆਂ ਉਹਨੇ ਆਪਦੀ ਇੰਟਰਵਿਊ ਚ ਜਿਹੜੀ ਭਕਾਈ ਮਾਰੀ ਆ, ਉਹ ਕਹਿੰਦਾ ਹੈਗਾ ਵੀ ਜਿਹੜਾ ਇੱਕ ਸਾਡਾ ਅਫਸਰ ਸੀਗਾ ਜੀ ਜਸਵੀਰ ਸਿੰਘ ਰੈਣਾ, ਬਈ ਉਹ ਬੜਾ ਬੰਬ ਸੀਗਾ, ਉਹਨੇ ਚੱਕ ਤੇ ਫੱਟੇ। ਉਹ ਕਹਿੰਦਾ ਜੀ ਮੈਂ ਅੰਦਰ ਸਭ ਤੋਂ ਪਹਿਲਾਂ ਜਾਣਾ, ਫਿਰ ਉਹਦੀਆਂ ਲੱਤਾਂ ਉੱਤੇ ਗੋਲੀਆਂ ਵੱਜ ਗਈਆਂ। ਮੈਂ ਉੱਥੇ ਕਿਹਾ, ਪੁੱਛਿਆ ਵੀ ਯਾਰ ਇਹ ਬੰਦਾ ਜਿਹੜਾ ਵੀ ਇਹਨੂੰ ਕੀ ਹਾਲਤ ਵਾ, ਤੇ ਉਹ ਕਹਿੰਦੇ ਜੀ ਇਹ ਤਾਂ ਹੁਕਮ ਨਹੀਂ ਬਣਦਾ ਹੈਗਾ ਬਾਹਰ ਆਉਣ ਨੂੰ, ਪਰ ਇਹਦੇ ਤਾਂ ਲੱਤਾਂ ਤੇ ਫੈਰੰਗ ਹੋ ਗਈ। ਹਾਲਾਂਕਿ ਉਹਦੀਆਂ ਵੱਧ ਲੱਤਾਂ ਵੱਢਣੀਆਂ ਪੈ ਗਈਆਂ ਸੀਗੀਆਂ, ਵੀਲ ਚੇਅਰ ਤੇ ਰਿਹਾ ਹੋਊਗਾ। ਤੇ ਇਹ ਉਹਦੀ ਇੰਟਰਵਿਊ ਦੇ ਵਿੱਚ ਬੜੀਆਂ ਫੜਾ ਮਾਰ ਕੇ ਜਸਵੀਰ ਸਿੰਘ ਰੈਣੇ ਬਾਰੇ ਕਹਿੰਦਾ ਬਈ ਉਹ ਮਤਲਬ ਮੁੜਦਾ ਨਹੀਂ ਸੀ, ਉਹਦਾ ਕਹਿੰਦਾ ਸੀਗਾ ਸੰਤ ਭਿੰਡਰਾਂ ਵਾਲਿਆਂ ਨੂੰ ਉਧਰੋਂ ਮੈਂ ਫੜ ਕੇ ਲਿਆਉਣਾ, ਮੈਂ ਚੱਕ ਦੂੰ ਫੱਟੇ। ਹੁਣ ਇੱਕ ਪਾਸੇ ਇਹਦੀ ਭਕਾਈ ਆ, ਦੂਜੇ ਪਾਸੇ ਟੀਵੀ ਚੈਨਲਾਂ ਦੇ ਉੱਤੇ ਚੱਲ ਰਹੀਆਂ ਬਹਿਸਾਂ ਦੌਰਾਨ ਸਰਦਾਰ ਜਸਪਾਲ ਸਿੰਘ ਸਿੱਧੂ ਨੇ ਵੀ ਇਹ ਗੱਲ ਆਪਦੇ ਇੱਕ ਟੀਵੀ ਚੈਨਲ ਤੇ ਆਖੀ ਆ, ਜਿਨ੍ਹਾਂ ਦੀ ਕਿਤਾਬ ਜੂਨ 84 ਦੀ ਪੱਤਰਕਾਰੀ, ਉਹਨਾਂ ਨੇ ਵੀ ਆਖਿਆ। ਔਰ ਸਾਨੂੰ ਵੀ ਇਸ ਗੱਲ ਦਾ ਪਤਾ ਕਿ ਟਾਈਮਸ ਆਫ ਇੰਡੀਆ ਅਖਬਾਰ ਦੇ ਵਿੱਚ ਜਸਵੀਰ ਸਿੰਘ ਰੈਣਾ ਨੇ ਆਪਦੀ ਗਲਤੀ ਮੰਨੀ ਸੀ ਕਿ ਸਾਡੀ ਬੜੀ ਵੱਡੀ ਭੁੱਲ ਸੀ, ਔਰ ਉਹਦੇ ਬਾਰੇ ਇਹ ਵੀ ਚਰਚਾ ਕਿ ਉਹ ਪਰਿਵਾਰ ਸਮੇਤ ਇੱਥੇ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਆ ਕੇ ਰੋਂਦਾ ਪਿੱਟਦਾ ਫਿਰਦਾ ਸੀ ਕਿ ਇਹ ਸਾਡੀ ਗੁਨਾਹ ਹੋਇਆ, ਮੇਰੀ ਤਾਂ ਆਤਮਾ ਤੇ ਬੋਝ। ਹੁਣ ਇੱਕ ਪਾਸੇ ਇਹ ਆ ਜਿਹੜਾ ਕਹਿੰਦਾ ਜੀ ਉਹਨੇ ਫੱਟੇ ਚੱਕ ਤੇ ਉਹ ਤਾਂ ਆਇਆ ਸੀ, ਬਹੁਤ ਸੀ। ਦੂਜੇ ਪਾਸੇ ਸੱਚਾ ਤੱਥ ਇਹ ਆ, ਲਿਖਤੀ ਸੱਚ ਇਹ ਆ ਕਿ ਉਹ ਟਾਈਮਸ ਆਫ ਇੰਡੀਆ ਦੇ ਵਿੱਚ ਇਸ ਗਲਤੀ ਨੂੰ ਆਪਦੀ ਨੂੰ ਮੰਨਦਾ ਸੀ। ਇਵੇਂ ਹੀ ਜਿਹੜਾ ਇਹ ਕੁਲਦੀਪ ਸਿੰਘ ਬਰਾੜ ਆ, ਇਹ ਕਹਿੰਦਾ ਵੀ ਅਸੀਂ ਆਪਦੀ ਫੌਜ ਨੂੰ ਹੁਕਮ ਚਾੜਤਾ ਵੀ ਚਾਹੇ ਕੋਈ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਗੋਲੀਆਂ ਮਾਰ ਕੇ ਮਾਰੀ ਜਾਵੇ, ਤੁਸੀਂ ਮਰ ਜਾਇਓ। ਦਰਬਾਰ ਸਾਹਿਬ ਚੋਂ ਫੈਰ ਆਉਂਦਾ ਹੋਵੇ, ਤੁਸੀਂ ਬੇਸ਼ੱਕ ਮਰ ਜਾਇਓ, ਅਸੀਂ ਤੁਹਾਡਾ ਨਾਸ਼ ਚੱਕ ਲਾਂਗੇ, ਪਰ ਕਿਸੇ ਨੇ ਜਵਾਬੀ ਫੈਰ ਨਹੀਂ ਕਰਨਾ। ਹੁਣ ਅਕਾਲ ਤਖਤ ਸਾਹਿਬ ਦੀ ਟੱਠੇ ਹੋਏ ਦੀ ਫੋਟੋ ਆ ਜਿਹੜੀ, ਉਹ ਕੀ ਦੱਸਦੀ ਹੈ? ਤੇ ਦਰਬਾਰ ਸਾਹਿਬ ਦੇ ਉੱਤੇ, ਬਿਲਕੁਲ ਦਰਬਾਰ ਸਾਹਿਬ ਦੇ ਉੱਤੇ ਗੋਲੀਆਂ ਵੱਜੀਆਂ ਸੀ। ਇਹ ਕਹਿੰਦੇ ਜੀ ਅਸੀਂ ਕਹਿਤਾ ਵੀ ਇੱਕ ਵੀ ਗੋਲੀ ਨਹੀਂ ਚਲਾਉਣੀ, ਤੇ ਕਹਿੰਦੇ ਵੀ ਜੇਕਰ ਕੋਈ ਗੋਲੀ ਚੱਲ ਗਈ ਹੋਵੇ ਤਾਂ ਉਹ ਵਿੱਚ ਵਿਚਾਲੇ ਉਹਦਾ ਜਿਹੜੀ ਹੈਗੀ ਕ੍ਰਾਸ ਫਾਇਰ ਨਾਲ ਵੱਜ ਗਈ ਹੋਊਗੀ। ਅਸੀਂ ਦਰਬਾਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਬਾਰੇ ਹੁਕਮ ਹੀ ਚਾੜਤਾ ਸੀ। ਹੁਣ ਇਹਦੇ ਨਾਲੋਂ ਵੱਡਾ ਝੂਠ ਕੀ ਹੋ ਸਕਦਾ? ਇਸ ਬੰਦੇ ਨੂੰ ਸ਼ਰਮ ਨਹੀਂ ਆਉਂਦੀ, ਸਿੱਖਾਂ ਦੇ ਘਰੇ ਜੰਮਿਆ ਤੇ ਉਲਟਾ ਉਸ ਫੌਜ ਦੇ ਵਿੱਚ ਆ ਕੇ ਇੱਥੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਤੇ ਉੱਪਰੋਂ ਆ ਝੂਠ ਬੋਲੀ ਜਾਂਦਾ ਕਿ ਮੈਂ ਤਾਂ ਫੌਜ ਨੂੰ ਹੁਕਮ ਚਾੜਦਾ ਸੀ। ਫਿਰ ਅਕਾਲ ਤਖਤ ਸਾਹਿਬ ਤੇ ਉੱਤੇ ਟੈਂਕਾਂ ਦੇ ਹਮਲੇ, ਟੈਂਕਾਂ ਦਾ ਜਿਹੜਾ ਬੰਬਾਰਮੈਂਟ ਆ ਉਹ ਕੀ ਦੱਸਦੀ ਹੈ? ਦਰਬਾਰ ਸਾਹਿਬ ਦੇ ਉੱਤੇ ਲੱਗੀਆਂ ਗੋਲੀਆਂ ਕੀ ਦੱਸਦੀਆਂ ਨੇ? ਸੋ ਜਿਹੜਾ ਬੰਦਾ ਐਡੇ ਐਡੇ ਝੂਠ ਬੋਲ ਰਿਹਾ, ਉਹਦਾ ਕੀ ਕਾਰਨ ਕੀ ਆ? ਉਹਦੇ ਵਿੱਚ ਹੋਰ ਬੜੀਆਂ ਗੱਲਾਂ। ਇੱਕ ਤਾਂ ਕਹਿੰਦਾ ਵੀ ਸਾਡੇ ਕੋਲੇ 4-5 ਬੰਦੇ ਅੰਦਰੋਂ ਆ ਗਏ ਸੀ, ਉਹਨੂੰ ਪੁੱਛਿਆ ਤੇ ਉਹ ਕਹਿੰਦਾ ਜੀ ਅੰਦਰੋਂ ਜੁਝਾਰੂ ਜਿਹੜੇ ਨੇ ਨਾ, ਜਿਹੜੇ ਲੜ ਰਹੇ ਨੇ ਫਾਈਟਰ ਸਿੰਘ, ਵੀ ਉਹ ਆਉਣ ਨਹੀਂ ਦਿੰਦੇ ਕਿਸੇ ਨੂੰ ਬਾਹਰ, ਮਤਲਬ ਬੰਧਕ ਬਣਾਇਆ ਹੋਇਆ। ਹੁਣ ਦੱਸੋ ਇਹ ਕੋਈ ਗੱਲ? ਉੱਥੇ ਸਾਰੇ ਹਜ਼ਾਰਾਂ ਬੰਦੇ ਜਾਉਂਦੇ ਜਾਗਦੇ ਬੈਠੇ ਆ ਜਿਹੜੇ ਉਸ ਮੌਕੇ ਅੰਦਰ ਸੀ, ਉਹਨੇ ਜੋ ਕਦੇ ਨੇ ਤੱਕ ਕਿਸੇ ਨੇ ਕਿਹਾ, ਪਰ ਇਹ ਇੱਥੇ ਬੈਠਾ ਫੜਾ ਮਾਰੀ। ਇਵੇਂ ਹੀ ਇੱਕ ਵਾਰੀ ਜਦੋਂ ਇਹਦੀ ਪਹਿਲੋਂ ਕਿਤਾਬ ਆਈ ਸੀਗੀ, ਜਦੋਂ ਇਹ ਕਿਤਾਬ ਆਈ ਸੀ, ਮੈਂ ਉਦੋਂ ਅਜੀਤ ਅਖਬਾਰ ਦੇ ਵਿੱਚ ਵੀ ਇਹ ਛਪੀ, ਤੇ ਹੋਰ ਵੀ ਅਸੀਂ ਉਦੋਂ ਵੀ ਇਹ ਲਈ ਸੀ, ਤੇ ਹੁਣ ਇਹਦਾ ਕਈ ਐਡੀਸ਼ਨ ਛਪ ਚੁੱਕੇ ਆ, ਅੰਗਰੇਜ਼ੀ 'ਚ ਵੀ ਸੀ, ਹੋਰ ਵੀ ਕਈ ਬੋਲੀਆਂ 'ਚ। ਉਹ ਇਹਦੇ ਵਿੱਚ ਲਿਖਦਾ ਹੁੰਦਾ ਸੀਗਾ ਵੀ 100 ਤੋਂ ਥੱਲੇ ਬੰਦਾ ਮਰੇ ਉਹ ਇਹ ਕਿਤਾਬ ਦੇ ਵਿੱਚ। ਉਦੋਂ ਇਹਦਾ ਇਹ ਹੁੰਦਾ ਸੀ ਵੀ 100 ਬੰਦਾ ਮਰਿਆ ਸਾਡਾ ਫੌਜ। ਤੇ ਹੁਣ ਕਹਿੰਦਾ ਹੈਗਾ ਵੀ ਉੱਤੇ ਜੋ ਅੰਦਰ ਗਏ ਆ ਜੀ, ਪਹਿਲੇ ਹੱਲੀ 300-400 ਉਡਾ ਦਾ ਸਾਡਾ। ਪੈਰ ਦੇ ਉੱਤੇ ਇਹ ਬੰਦਾ ਝੂਠ ਬੋਲਦਾ, ਤੇ ਕਹਿੰਦਾ ਵੀ ਮੈਂ ਅੱਜ ਇਹ ਕਹਿ ਰਿਹਾ ਇੰਟਰਵਿਊ ਦੇ ਵਿੱਚ ਵੀ ਮੈਨੂੰ ਪਤਾ ਸੀ ਵੀ ਭਿੰਡਰਾਂ ਵਾਲੇ ਸੰਤ ਤੇ ਸਵੇਗ ਸਿੰਘ ਆ ਜਿਹੜੇ, ਵੀ ਸਵੇਗ ਸਿੰਘ ਮੇਰਾ ਟ੍ਰੇਨਰ ਵੀ ਰਿਹਾ, ਜਨਰਲ ਸਵੇਗ ਸਿੰਘ, ਉਹਨੇ ਮੈਨੂੰ ਫੌਜ ਦੇ ਵਿੱਚ ਫਲਾਣੇ ਥਾਂ ਟ੍ਰੇਨਿੰਗ ਵੀ ਦਿੱਤੀ ਸੀ। ਪਰ ਮੈਂ ਜਾਣੀ ਕਿ ਉਦੋਂ ਇਹ ਮੈਂ ਕਿਹਾ, ਮੈਂ ਸੋਚਿਆ ਵੀ ਅੱਜ ਮੈਨੂੰ ਪਤਾ ਵੀ ਮੈਂ ਮਤਲਬ ਇਹ ਗੱਲ ਹੈਗੀ ਆ ਕਿ ਮੈਂ ਕਹਿੰਦਾ ਹੁੰਦਾ ਸੀ ਕਿ ਭਿੰਡਰਾਂ ਵਾਲੇ ਸੰਤ ਤੇ ਜਨਰਲ ਸਵੇਗ ਸਿੰਘ ਬੜੀ ਕਮਾਲ ਦੀ ਜਿਹੜੀ ਫਾਈਟ ਆ ਉਹ ਦੇਣਗੇ, ਉਹ ਲੜਾਈ ਉੱਥੇ ਬੜੀ ਜ਼ਬਰਦਸਤ ਦੇਣਗੇ, ਬੜੇ ਕਮਿਟਡ ਬੰਦੇ ਆ ਜੇ ਉਹ। ਹੁਣ ਇਹ ਗੱਲ ਜਦੋਂ ਅੱਜ ਉਹ ਕਹਿ ਰਿਹਾ ਤੇ ਉਦੋਂ ਇਹਦੀ ਅਕਲ ਤੇ ਹਾਸਾ ਆਉਂਦਾ। ਬਈ ਇੱਥੇ ਇੱਕ ਸਾਡੇ ਡੀਸੀ ਹੁੰਦੇ ਸੀ ਗੁਰਦੀਪ ਸਿੰਘ, ਅੰਮ੍ਰਿਤਸਰ 'ਚ ਬੜੇ ਚੰਗੇ ਸੱਜਣ ਹੋਏ ਨੇ ਉਹ, ਉਹਨਾਂ ਨੇ ਇਹ ਗੱਲ ਬਾਰ-ਬਾਰ ਸਟੇਜਾਂ ਤੋਂ ਵੀ ਕਹੀ, ਲਿਖਤ ਵਿੱਚ ਵੀ ਲਿਆਂਦੀ ਬਈ ਇਹ ਜਿਹੜਾ ਜਨਰਲ ਬਰਾੜ ਸੀਗਾ, ਇਹਨੂੰ ਬੁਲਬੁਲ ਬਰਾੜ ਕਹਿੰਦੇ। ਇਹ ਜਦੋਂ ਸਾਨੂੰ ਪਤਾ ਲੱਗ ਗਿਆ ਮੈਨੂੰ ਵੀ ਇੱਥੇ ਫੌਜ ਦਾ ਹੋਣਾ, ਤੇ ਮੈਂ ਤਾਂ ਸਿੱਖ ਹੋਣ ਦੇ ਨਾਤੇ ਕਹਿੰਦਾ ਵੀ ਮੈਂ ਇਹ ਕੰਮ ਦਾ ਭਾਗੀਦਾਰ ਨਹੀਂ ਬਣਦਾ। ਚਲੋ ਸਿਸਟਮ ਨੇ ਕਿਹਾ ਵੀ ਇਹਨੂੰ ਬਾਹਰ ਭੇਜ ਦਿਓ, ਬਾਹਰਲੇ ਮੁਲਕ ਕਿਸੇ ਛੱਡ ਇਹਨੂੰ, ਉਹਨੇ ਟਾਈਮਲੀ ਡੀਸੀ ਗੁਰਦੇਵ ਸਿੰਘ ਨੂੰ ਭੇਜ ਦਿਓ, ਜੇ ਇਹਦੀ ਆਤਮਾ ਨਹੀਂ ਮੰਨਦੀ। ਮੇਰੀ ਥਾਂ ਤੇ ਰਮੇਸ਼ ਇੰਦਰ ਸਿੰਘ ਨੇ ਆਉਣਾ ਸੀ, ਪਰ ਮੈਨੂੰ ਕਹਿਤਾ ਵੀ ਜਦੋਂ ਤੱਕ ਕਹਿੰਦੇ ਰਮੇਸ਼ ਇੰਦਰ ਆਉਂਦਾ ਨਹੀਂਗਾ, ਤੁਸੀਂ ਬਤੌਰ ਡੀਸੀ ਅੰਮ੍ਰਿਤਸਰ ਇਹਨਾਂ ਮੀਟਿੰਗਾਂ ਦੇ ਵਿੱਚ ਜਾਣਾ। ਤੇ ਇੱਥੇ ਜਿਹੜਾ ਵਾਰ ਰੂਮ ਬਣਾਇਆ ਸੀਗਾ, ਇੱਥੇ ਕਹਿੰਦਾ ਵੀ ਜਦੋਂ ਮੀਟਿੰਗ ਚੱਲਦੀ ਸੀਗੀ, ਮੈਂ ਵੀ ਚਲੇ ਗਿਆ, ਕਾਨਫਰੰਸ ਚੱਲ ਰਹੀ ਸੀਗੀ, ਪੁਲਿਸ ਵਾਲੇ, BSF ਵਾਲੇ,
ਜਿਹੜੇ ਗੁਪਤਚਰ ਵਿਭਾਗ ਆ, ਖੁਫੀਆ ਏਜੰਸੀਆਂ, ਇਹ ਬਹੁਤ ਸਾਰੇ ਅਫਸਰ ਜਿਹੜੇ ਸੀ ਉੱਥੇ ਬੈਠੇ ਸੀ ਤੇ ਬਰਾੜ ਜਿਹੜਾ ਸੀ ਉਹ ਉੱਥੇ ਉੱਚੀ ਉੱਚੀ ਬੋਲਦਾ ਸੀਗਾ ਤੇ ਹੋਰ ਸਾਰਿਆਂ ਨੂੰ ਤਕਰੀਰ ਝਾੜ ਰਿਹਾ ਸੀਗਾ ਵੀ ਤੁਸੀਂ ਜਾਣਦੇ ਹੋ ਵੀ ਬਦਮਾਸ਼ਾਂ ਨੇ ਕਿਵੇਂ ਇੱਥੇ ਜੀ ਦਰਬਾਰ ਸਾਹਿਬ ਦੇ ਵਿੱਚ ਭਾਰਤ ਸਰਕਾਰ ਨੂੰ ਜਰਗ ਬਣਾ ਲਿਆ, ਅਸੀਂ ਬੱਕੂ ਠੱਪ ਦਿਆਂਗੇ, ਅਸੀਂ ਇਹ ਗੋਡੇ ਟੇਕ ਦੇਣਗੇ ਫਲਾਣ ਜੋ। ਤੇ ਜਦੋਂ ਏਦਾਂ ਕਹਿੰਦੇ ਕਾਫੀ ਤਕਰੀਰ ਜੀ ਉਹ ਗਰਮਾ ਗਰਮ ਕਰਕੇ ਬੈਠਣ ਲੱਗਿਆ ਤੇ ਮੈਨੂੰ ਡੀਸੀ ਗੁਰਦੇਵ ਸਿੰਘ ਕਹਿੰਦੇ ਪੁੱਛਣ ਲੱਗ ਗਿਆ ਬਈ ਸਰਦਾਰ ਜੀ ਤੁਹਾਡੀ ਕੀ ਰਾਏ ਆ। ਹੁਣ ਬਤੌਰ ਡੀਸੀ ਤੇ ਬਤੌਰ ਸਿੱਖ, ਜਦੋਂ ਕਿ ਮੈਨੂੰ ਤਾਂ ਫਾਰਗੀ ਕਰ ਚੁੱਕੇ ਸੀ, ਇੱਥੇ ਰਮੇਸ਼ਿੰਦਰ ਡੀਸੀ ਆ ਰਿਹਾ ਸੀ, ਉਹ ਮੈਂ ਇੱਥੇ ਡੀਸੀ ਰਮੇਸ਼ਿੰਦਰ ਦੀ ਕਿਤਾਬ ਵੀ ਟ੍ਰਾਇਲ ਇਨ ਪੰਜਾਬ ਜਿਹੜੀ ਹੈਗੀ ਉਹ ਲੈਂਦੀ ਆ, ਜੇ ਮੈਂ ਉਹ ਪੜ੍ਹਨੀ ਆ ਉਹਦੇ ਵਿੱਚ ਵੀ ਕਾਫੀ ਗੱਲਾਂ ਦੱਸਦੇ ਆ। ਪਰ ਜਿਹੜੀ ਗੱਲ ਇਸ ਡੀਸੀ ਗੁਰਦੇਵ ਸਿੰਘ ਦੀ ਆ, ਜੇ ਇਹਦੇ ਅਨੁਸਾਰ ਦੇਖਿਆ ਜਾਵੇ, ਕਹਿੰਦੇ ਮੈਂ ਸਹਿਜ ਸੁਭਾਅ ਆਖਿਆ ਵੀ ਸੰਤ ਭਿੰਡਰਾਂ ਵਾਲੇ ਸਰੈਂਡਰ ਨਹੀਂ ਕਰਨਗੇ। ਹੁਣ ਇੰਨੀ ਗੱਲ ਸੁਣ ਕੇ ਜਿਹੜਾ ਇਹਨੂੰ ਲਾਂਬੂ ਲੱਗਿਆ, ਜਿਹੜਾ ਇਹਨੂੰ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਨੂੰ, ਉਹ ਕਹਿੰਦਾ ਮੈਂ ਅਜੇ ਗੱਲ ਆਪਦੀ ਮੁਕੰਮਲ ਨਹੀਂ ਸੀ ਕੀਤੀ, ਮੇਰੇ ਤੋਂ ਪਹਿਲਾਂ ਹੀ ਬਰਾੜ ਕਹਿੰਦਾ ਉੱਚੀ ਉੱਚੀ ਬੋਲਣ ਲੱਗ ਪਿਆ। ਕਹਿੰਦਾ ਜਦੋਂ ਟੈਂਕ ਗੜ ਕਰਦੇ ਨੇ, ਹਵਾਈ ਜਹਾਜ਼ ਗੁਜ਼ਾਰਾ ਪਾਉਂਦੇ ਨੇ, ਤੋਪਾਂ ਅੱਗ ਉਗਲਦੀਆਂ ਨੇ, ਵੱਡਿਆਂ ਦਾ ਪਿੱਤਾ ਪਾਣੀ ਹੋ ਜਾਂਦਾ, ਉਹਨਾਂ ਨੂੰ ਕਾਬਾ ਛਿੜ ਜਾਂਦਾ, ਤੇ ਇਹ ਬੰਦਾ ਤਾਂ ਘੰਟੇ ਦੇ ਵਿੱਚ ਆਪਦੇ ਗੋਡੇ ਟੇਕਦੇ। ਮੈਂ ਡੀਸੀ ਗੁਰਦੇਵ ਸਿੰਘ ਕਹਿੰਦੇ ਮੈਂ ਕਿਹਾ ਜੀ ਜਨਰਲ ਸਾਹਿਬ ਇਹ ਤਾਂ ਤੁਹਾਡੀ ਰਾਏ ਹੈ ਨਾ, ਮੈਨੂੰ ਤੁਸੀਂ ਮੇਰੇ ਵਿਚਾਰ ਪੁੱਛੇ ਸੀ, ਮੈਂ ਆਪਦੇ ਵਿਚਾਰ ਦੱਸਦੇ ਵੀ ਉਹ ਭਿੰਡਰਾਂ ਵਾਲੇ ਸੰਤ ਜਿਹੜੇ ਆ ਉਹ ਸਰੈਂਡਰ ਨਹੀਂ ਕਰਨਗੇ। ਉਦੋਂ ਤਾਂ ਇਹ ਬੰਦਾ ਭਰੀ ਸਭਾ ਦੇ ਵਿੱਚ ਅਫਸਰਾਂ ਦੇ ਸਾਹਮਣੇ ਫੁਗਰੀਆਂ ਮਾਰਦਾ ਸੀ ਵੀ ਘੰਟੇ ਦੇ ਵਿੱਚ ਮੈਂ ਜੀ ਸੰਤ ਭਿੰਡਰਾਂ ਵਾਲਿਆਂ ਨੂੰ ਗੋਡੇ ਟੇਕਦੇ ਦਿਖਾਊਂਗਾ। ਹੁਣ ਜਦੋਂ ਸਾਰੇ ਇਤਿਹਾਸ ਤੋਂ ਆਪਾਂ ਵਾਕਿਫ ਹਾਂ ਵੀ 7 ਦਿਨ ਇੰਡੀਅਨ ਸਟੇਟ ਸਿਸਟਮ ਦੇ ਪੂਰੇ ਜਾਹੋ ਜਲਾਲ ਨੂੰ ਸਿੰਘਾਂ ਨੇ ਨੇੜੇ ਨਹੀਂ ਲੱਗਣ ਦਿੱਤਾ, ਹੁਣ ਇਹਨੂੰ ਇਸ ਗੱਲ ਦੀ ਆਉਂਦੀ ਆ ਸ਼ਰਮ ਕਿ ਮੈਂ ਤਾਂ ਮਾਰੀਆਂ ਸੀ ਫੁਗਰੀਆਂ ਤੇ ਮੇਰੀ ਨਹੀਂ ਚੱਲੀ। ਹੁਣ ਇਹ ਉਹ ਗੱਲ ਤੋਂ ਬਦਲ ਕੇ ਹੁਣ ਕਹਿੰਦਾ ਮੈਂ ਤਾਂ ਕਹਿੰਦਾ ਹੁੰਦਾ ਸੀਗਾ ਵੀ ਸੰਤ ਭਿੰਡਰਾਂ ਵਾਲੇ ਬੜੇ ਕਮਾਲ ਦੇ ਹੈਗੇ ਆ ਜੀ, ਉਹ ਜੀ ਸਵੇਗ ਸਿੰਘ ਬੜਾ ਯੋਧਾ ਜੀ, ਉਹ ਜੀ ਲੜਨਗੇ ਉਹ ਅੜਨਗੇ। ਹੁਣ ਬੋਲੀ ਬਦਲ ਗਿਆ। ਤਾਂ ਇਹ ਜਿਹੜੇ ਬੰਦੇ ਆ ਪੈਰ ਤੇ ਮੁੱਕਰਨ ਵਾਲੇ, ਇਹਨਾਂ ਬਾਰੇ ਆਪਾਂ ਨੂੰ ਬਹੁਤੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ, ਇਸ ਕਰਕੇ ਕਿ ਇੰਡੀਅਨ ਸਟੇਟ ਸਿਸਟਮ ਨੇ ਵੀ ਇਹਨਾਂ ਨੂੰ ਇਗਨੋਰ ਕੀਤਾ। ਤੁਸੀਂ ਆਪ ਚੇਤਾ ਕਰੋ, ਮੈਂ ਗਾਰੰਟੀ ਦਿੰਦਾ ਵੀ ਤੁਹਾਡੇ ਵਿੱਚੋਂ ਵੀ ਬਹੁਤਿਆਂ ਨੂੰ ਉਦੋਂ ਪਤਾ ਲੱਗਿਆ ਹੋਣਾ ਵੀ ਇਹ ਜਿਉਂਦਾ ਜਦੋਂ ਲੰਡਨ ਦੇ ਵਿੱਚ ਇਹਦੇ ਉੱਤੇ ਆਪਣੇ ਸਿੰਘਾਂ ਨੇ ਅਟੈਕ ਕੀਤਾ। ਮੈਨੂੰ ਖੁਦ ਨੂੰ ਇਹ ਗੱਲ ਦਾ ਕਦੇ ਪਤਾ ਨਹੀਂ ਲੱਗਿਆ ਸੀ ਵੀ ਇਹ ਮਰ ਗਿਆ ਤਾਂ ਹੈਗਾ ਜਨਰਲ ਬਰਾੜ ਜਿਹੜਾ। ਇੰਡੀਅਨ ਸਟੇਟ ਸਿਸਟਮ ਨੇ ਨੌਕਰੀ ਦੌਰਾਨ ਕੀ ਨੌਕਰੀ ਤੋਂ ਬਾਅਦ ਵੀ ਇਹਨੂੰ ਕਦੇ ਬਹੁਤਾ ਜ਼ਿਆਦਾ ਤਵੱਜੋ ਨਹੀਂ ਦਿੱਤੀ। ਹਾਂ, ਵੈਦਿਆ ਦੀ ਬੜੀ ਉਹਨਾਂ ਨੇ 84 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਉਹਦੀ ਬੜੀ ਚਰਚਾ ਵੀ ਕਰਾਈ ਤੇ ਇਹ ਵੀ ਕਰਨਾ ਕਿ ਉਹ ਭਾਵੇਂ ਸਾਡੇ ਜੁਝਾਰੂਆਂ ਨੇ ਉਹਨੂੰ ਗੱਡੀ ਚਾੜ ਦਿੱਤਾ, ਸੋਧਾ ਲਾ ਦਿੱਤਾ, ਉਹਨੂੰ ਮਰਨ ਤੋਂ ਬਾਅਦ ਵੀ ਉਹਦਾ ਦਿਨ ਦਿਹਾੜਾ ਮਨਾਉਂਦੇ ਆ ਉਹਨੂੰ ਕਿਸੇ ਤਰੀਕੇ, ਇਹਨੂੰ ਕਿਸੇ ਗਿਣਤੀ ਹੀ ਨਹੀਂ ਰੱਖਿਆ। ਹੁਣ ਭਾਰਤੀ ਹਕੂਮਤੀ ਤੰਤਰ ਤੋਂ ਇਹ ਜਿਹੜਾ ਮਾਣਦਾਨ ਭਾਲਦਾ ਸੀ ਉਹ ਮਿਲਿਆ ਨਹੀਂ। ਭਾਰਤੀ ਹਕੂਮਤੀ ਤੰਤਰ ਵਾਲੇ ਕਹਿੰਦੇ ਆ ਵੀ ਤੇਰੇ ਵਰਗੇ ਸਾਡੇ ਕੋਲੇ ਬਥੇਰੇ ਜਰਨੈਲ ਆਏ ਨੇ, ਬਥੇਰੇ ਲੈਫਟੀਨੈਂਟ ਜਨਰਲ ਬਣ ਗਏ, ਉਦੋਂ ਬਾਅਦ ਵੀ ਬਣ ਗਏ, ਪਹਿਲਾਂ ਵੀ ਬਣ ਗਏ, ਵਿੱਚ ਹੀ ਤੂੰ ਸੀ। ਇਹਨੂੰ ਇਹ ਵਹਿਮ ਸੀ ਕਿ ਮੈਂ ਇੱਕ ਇਹੋ ਜਿਹਾ ਘੈਂਟ ਅਫਸਰ ਬਣ ਜਾਣਾ, ਮੈਨੂੰ ਤਾਂ ਸਾਰਾ ਇੰਡੀਆ ਹੱਥਾਂ ਤੇ ਚੱਕੀ ਫਿਰੂ, ਮੈਂ ਤਾਂ ਭਾਰਤੀ ਇਤਿਹਾਸ ਦਾ ਇੱਕ ਮਹਾਨਾਇਕ ਬਣ ਜਾਣਾ ਬਈ ਮੈਂ ਤਾਂ ਜੀ ਉੱਥੇ ਬੜੀ ਵੱਡੀ ਮੁਲਕ ਦੇ ਹਿੱਤ ਵਿੱਚ ਕਾਰਵਾਈ ਕਰਨ ਜਾ ਰਹੇ ਹਾਂ। ਹੁਣ ਪੁੱਛਿਆ ਅਗਲੇ ਨੇ ਬੇਰਾਂ ਵੱਟੇ ਨਹੀਂ। ਉੱਪਰੋਂ ਸਿੱਖ ਜਿਹੜੀ ਕੌਮ ਦੇ ਜੁਝਾਰੂਆਂ ਨੇ ਇੰਡੀਅਨ ਸਟੇਟ ਸਿਸਟਮ ਦੇ ਉੱਤੇ ਰਿਐਕਸ਼ਨ ਕੀਤਾ, ਉਹਨਾਂ ਨੇ ਵੈਦਿਆ ਠੋਕਿਆ, ਇਦਰਾ ਠੋਕੀ, ਬਿਆੰਤਾ ਠੋਕਿਆ, ਹੋਰ 36000 ਲੱਡੂ ਪੱਗੂ ਗੱਡੀ ਚਾੜੇ। ਇਹਨੂੰ ਤਾਂ ਮਾਰਨਯੋਗ ਵੀ ਨਹੀਂ ਸਮਝਿਆ, ਇਹਨੂੰ ਤਾਂ ਇਸ ਗਿਣਤੀ 'ਚ ਵੀ ਰੱਖਿਆ ਹੈਗਾ ਵੀ ਤੂੰ ਹੈਗਾ ਕਿ ਨਹੀਂ ਹੈਗਾ। तो जेड़े जनरल कुलदीप सिंह बराड़ नूं ना तो इंडियन स्टेट पूछे ना मूहरे लड़न वाली सिख कौम पूछे, ओहदा मानसिक जिहड़ा संताप आ वो पुछया ही जाणदा। अगला तो आपदे आप नूं बब्बू काट समझदा, इहनूं तां लगदा भी मैं बड़ी वड्डी तोप आ ते सारा जिहड़ा माहौल आ वो इहनूं एहसास करा रहा हैगा भी तेरे अगे 36 तुरे फिरदे ते कोई पुछदा। तो इस हीणता दे विच कि तुसीं ओहदी सारी इंटरव्यू जिहड़ी आ ANI तो सुनो, तुहानूं साफ पता लगूगा कि वो एक कॉम्पलैक्स दा शिकार आ कि जिन्हां नूं मैं इंडियन स्टेट दे हुक्मां दे उत्ते मार दिता, शहीद कर दिता, कतल कर दिता, बंबारमेंट दा चौधरी बन के, उन्हां नूं तां सारी दुनिया सलामा करदी है।
ਅੱਜ ਉਹਦੀ ਜਿਹੜੀ ਇਹ ਤਕਰੀਰ ਆ ਇਸ ਇੰਟਰਵਿਊ 'ਚ ਉਹਦੇ 'ਚ ਵੀ ਤੇ ਜਿਹੜੀ ਆ ਕਿਤਾਬ ਇਹਦੇ 'ਚ ਵੀ ਉਹਨੇ ਇਹ ਗੱਲ ਬਾਰ-ਬਾਰ ਲਿਖੀ ਆ ਕਿ ਮੈਨੂੰ ਬੜੀ ਤਕਲੀਫ ਆ ਇਸ ਗੱਲ ਦੀ ਕਿ ਦੇਸ਼ ਲਈ ਲੜਾਈ ਲੜਨ ਵਾਲੇ ਬੰਦੇ ਬਾਰੇ ਇਹ ਆਖਿਆ ਗਿਆ ਕਿ ਲੰਡਨ ਦੇ ਵਿੱਚ ਉਹਦੇ ਚਾਕੂ ਵੱਜ ਗਿਆ, ਅਸੀਂ ਅਰਦਾਸ ਕਰਦੇ ਹਾਂ ਕਿ ਉਹ ਛੇਤੀ ਮਰ ਜੇ। ਇਹ ਕਿਸੇ ਥਾਂ ਤੇ ਪੜ੍ਹਿਆ ਸੁਣਿਆ ਹੋਣਾ, ਇਹ ਵਿੱਚ ਲਿਖੀ ਹੈ ਗੱਲ। ਇਹਨੂੰ ਬੜੀ ਤਕਲੀਫ ਆ ਵੀ ਕਹਿੰਦਾ ਸਾਰੇ ਸੰਸਾਰ ਵਿੱਚ ਜਿੱਥੇ ਵੀ ਮੈਂ ਜਾਂਦਾ ਹਰ ਥਾਂ ਤੇ ਸਿੱਖਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਵੀ ਪਤਾ ਲੱਗਦਾ ਸੰਤ ਭਿੰਡਰਾਂ ਵਾਲਿਆਂ ਦਾ ਤੇ ਭਾਈ ਸਵੇਗ ਸਿੰਘ ਦਾ ਬਹੁਤ ਸਤਿਕਾਰ। ਇਹਨੂੰ ਬੜੀ ਤਕਲੀਫ ਆ ਕਿ ਉਹਦੀ ਜਿਹੜਾ ਸਾਡਾ ਉਹ ਐਕਸ਼ਨ ਸੀ ਉਹਦੀ ਯਾਦ ਮਨਾਉਂਦੇ ਆ ਸਿੱਖ। ਤੇ ਉੱਥੇ 6 ਜੂਨ ਨੂੰ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਜੁੜਦੀਆਂ ਨੇ, ਘੱਲੂਘਾਰਾ ਸ਼ਹੀਦੀ ਪੁਰਬ ਮਨਾਉਂਦੀਆਂ ਨੇ ਤੇ ਉੱਥੇ ਸ਼ਹੀਦੀ ਯਾਦਗਾਰ ਬਣਾਈ ਗਈ ਆ। ਸੰਤ ਭਿੰਡਰਾਂ ਵਾਲਿਆਂ ਦੀ ਕੇਂਦਰੀ ਜਿਹੜਾ ਮਿਊਜ਼ੀਅਮ ਅਜਾਇਬ ਘਰ ਆ ਉਹਦੇ ਵਿੱਚ ਫੋਟੋ ਲਾਈ ਗਈ ਆ। ਦੁਨੀਆ ਭਰ ਦੇ ਵਿੱਚ ਸੰਤਾਂ ਦੇ ਸਟicker, ਫੋਟੋਆਂ, ਟੀ-ਸ਼ਰਟਾਂ ਹਰ ਥਾਂ ਦੇ ਉੱਤੇ ਮਿਲਦੀਆਂ ਨੇ। ਇਹਨੂੰ ਇਸ ਗੱਲ ਦੀ ਬੜੀ ਤਕਲੀਫ ਆ ਕਿ ਮੈਂ ਤਾਂ ਰੁਲ ਗਿਆ, ਮੈਨੂੰ ਤਾਂ ਕੋਈ ਪੁੱਛਦਾ ਨਹੀਂ ਤੇ ਸੰਤ ਜਰਨੈਲ ਸਿੰਘ ਦਾ, ਜਨਰਲ ਸਵੇਗ ਸਿੰਘ ਦਾ ਤੇ ਹੋਰ ਜੁਝਾਰੂ ਸਿੰਘਾਂ ਦਾ ਸਤਿਕਾਰ ਇੰਨਾ ਜ਼ਿਆਦਾ ਹੋ ਰਿਹਾ। ਇਹਨੂੰ ਜਿਉਂਦੇ ਜੀ ਇਹ ਚੀਜ਼ ਵੱਢ-ਵੱਢ ਖਾ ਰਹੀ ਆ ਕਿ ਮੈਂ ਠੀਕ ਕੀਤਾ ਕਿ ਗਲਤ ਕੀਤਾ। ਇੱਕ ਇਹ ਵੀ ਗੱਲ ਚੱਲਦੀ ਆ ਬਈ ਇਹਦਾ ਮਾਮਾ ਸੀ ਸ਼ਾਇਦ, ਉਹਨੇ ਕਹਿਤਾ ਸੀਗਾ ਵੀ ਜੇ ਮੈਨੂੰ ਮਿਲ ਪਿਆ ਮੈਂ ਤੈਨੂੰ ਗੱਡੀ ਚਾੜ ਦੇਣਾ। ਤੋ ਇਹ ਜਿਹੜਾ ਜਨਰਲ ਸਵੇਗ ਸਿੰਘ ਆ ਜਿਹਦੇ ਆਪਦੇ ਸਕੇ ਪਰਿਵਾਰ ਦੇ ਰਿਸ਼ਤੇਦਾਰ ਜਿਹੜੇ ਨੇ ਉਹ ਇਹਨੂੰ ਠੋਕਣ ਨੂੰ ਫਿਰਦੇ ਹੋਣ, ਉਹਨੂੰ ਮਾਨਸਿਕ ਤੌਰ ਤੇ ਇਹ ਪੀੜ ਹੋਣੀ ਹੋਈ ਸੀ ਕਿ ਮੈਂ ਕਿਹੜੇ ਚੱਕਰ 'ਚ ਪੈ ਗਿਆ, ਮੈਂ ਇਹ ਕੰਮ ਠੀਕ ਕੀਤਾ ਕਿ ਗਲਤ ਕੀਤਾ। ਇਹ ਬੰਦਾ ਜਿਵੇਂ ਕੋਈ ਸ਼ਰਾਬੀ ਜਾਂ ਅਮਲੀ ਬੰਦਾ ਹੁੰਦਾ ਨਾ, ਉਹ ਫਿਰ ਗਲਤ ਜੀ ਨਾਲ ਠੋਕ ਕੇ ਕਹਿੰਦਾ ਹੁੰਦਾ ਮੈਂ ਠੀਕ ਕੀਤਾ, ਉਵੇਂ ਅੱਜ ਇਹ ਭੜਕਾਈਆਂ ਜਿਹੀਆਂ ਮਾਰਦਾ। ਉਹਦੇ ਵਿੱਚ ਜਿਹੜੇ ਝੂਠ ਬੋਲਦਾ ਕਮਾਲ ਦੇ, ਕਹਿੰਦਾ ਜੀ ਵੀ ਇੰਨੇ ਮਾੜੇ ਹਾਲਾਤ ਹੋ ਗਏ ਸੀਗੇ ਵੀ ਸੰਤ ਭਿੰਡਰਾਂ ਵਾਲੇ ਦਰਬਾਰ ਸਾਹਿਬ ਦੇ ਵਿੱਚ ਇੱਕ ਬਾਦਸ਼ਾਹ ਵਾਂਗੂ ਰਾਜ ਕਰਦੇ ਸੀਗੇ ਤੇ ਸਾਰੇ ਪੰਜਾਬ ਦੇ ਵਿੱਚ ਜੇ ਕਿਸੇ ਦੇ ਘਰੇ ਬਿਜਲੀ ਚਲੀ ਜਾਵੇ ਨਾ, ਉਹ ਵੀ ਜੇ ਸੰਤਾਂ ਕੋਲੇ ਪਹੁੰਚ ਜਾਵੇ ਤਾਂ ਡੀਸੀ ਨੂੰ ਸਿੱਧਾ ਫੋਨ ਜਾਂਦਾ ਸੀਗਾ ਵੀ 4 ਵਜੇ ਤੱਕ, ਤੇ ਕਹਿੰਦਾ ਵੀ ਉਹ ਕੰਮ ਹੋ ਜਾਂਦਾ ਸੀ। ਹੁਣ ਦੱਸੋ ਕਦੇ ਪੰਜਾਬ 'ਚ ਸੰਤ ਭਿੰਡਰਾਂ ਵਾਲਿਆਂ ਨੇ ਜਾਂ ਕਿਸੇ ਹੋਰ ਸਿੱਖ ਜੁਝਾਰੂ ਨੇ ਵੀ 1984 ਤੋਂ ਪਹਿਲਾਂ ਉੱਪਰੋਂ ਫੁਕਰੀਆਂ ਮਾਰੀ ਜਾਂਦਾ, ਕਹਿੰਦਾ ਜੀ ਜੇ ਕਿਤੇ ਅਟੈਕ ਲੇਟ ਹੋ ਜਾਂਦਾ ਕੰਮ ਵਿਗੜ ਜਾਣਾ ਸੀਗਾ ਕਿਉਂਕਿ ਖਾਲਿਸਤਾਨ ਦਾ ਐਲਾਨ ਕਰਨ ਲੱਗੇ ਸੀ ਤੇ ਉਧਰੋਂ ਪਾਕਿਸਤਾਨ ਨੇ ਇਹਨੂੰ ਮਾਨਤਾ ਦੇ ਕੇ। ਔਰ ਇਹ ਗੱਲ ਦੁਨੀਆ ਭਰ ਦੇ ਵਿੱਚ ਕਿਸੇ ਵਿਦਵਾਨ, ਕਿਸੇ ਖੋਜੀ, ਕਿਸੇ ਫਿਲਾਸਫਰ, ਕਿਸੇ ਸਧਾਰਨ ਜੇ ਪੱਤਰਕਾਰ ਨੂੰ ਪੁੱਛ ਲਓ, ਉਹ ਵੀ ਇਹ ਕਹਿੰਦਾ ਕਿ ਇਹ ਭਾਰਤ ਸਰਕਾਰ ਦਾ ਕੂੜ ਪ੍ਰਚਾਰ ਸੀ। ਇਹ ਬਿਲਕੁਲ ਕੋਈ ਇਹੋ ਜਿਹੀ ਗੱਲ ਨਹੀਂ ਸੀ। ਹਾਂ ਇਹ ਠੀਕ ਆ ਕਿ ਅਸੀਂ ਖਾਲਿਸਤਾਨ ਮੰਗਦੇ ਆ, ਇਹ ਠੀਕ ਆ ਕਿ ਸੰਤ ਭਿੰਡਰਾਂ ਵਾਲੇ ਵੀ ਕਹਿੰਦੇ ਰਹੇ ਆ ਵੀ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਪਰ ਇਹ ਗਪੌੜਾ ਕਿ ਵੀ ਖਾਲਿਸਤਾਨ ਦਾ ਐਲਾਨ ਕਰਨ ਲੱਗੇ ਸੀਗੇ ਤੇ ਪਾਕਿਸਤਾਨ ਨੇ ਇੱਧਰ ਫੌਜ ਭੇਜ ਦੇਣੀ ਸੀ, ਇਹ ਤਾਂ ਆਪਾਂ ਸਭ ਨੂੰ ਪਤਾ। ਸਾਡੇ ਵਿੱਚੋਂ ਬੜੇ ਜਿਉਂਦੇ ਜਾਗਦੇ ਬੈਠੇ ਆ ਜਿਹੜੇ 84 ਤੋਂ ਬਾਅਦ ਵਿੱਚ ਪਾਕਿਸਤਾਨ ਗਏ, ਉੱਥੇ ਬਹਿ ਕੇ ਸਾਰਾ ਕੁਝ ਕਰਦੇ ਕਰਾਉਂਦੇ ਰਹੇ, ਅੱਜ ਵੀ ਬੈਠੇ। ਕਿੰਨਾ ਕੁ ਪਾਕਿਸਤਾਨ ਨੇ ਇਸ ਮੂਵਮੈਂਟ ਨੂੰ ਜਾਂ ਖਾਲਿਸਤਾਨ ਦੇ ਸੰਘਰਸ਼ ਨੂੰ ਕਿੰਨਾ ਕੁ ਸਪੋਰਟ ਕੀਤਾ, ਜਿੰਨਾ ਵੀ ਸਪੋਰਟ ਕੀਤਾ ਉਹਦੇ ਚ ਆਹ ਗੱਲਾਂ ਬਿਲਕੁਲ ਨਹੀਂ ਸੀ ਜਿਹੜੀਆਂ ਇਹ ਕਹਿ ਰਹੇ। ਸੋ ਪਾਕਿਸਤਾਨ ਦਾ ਨਾਂ ਲੈ ਕੇ, ਖਾਲਿਸਤਾਨ ਦਾ ਨਾਂ ਲੈ ਕੇ 84 ਨੂੰ ਝੂਠ ਬੋਲ ਕੇ ਜਸਟੀਫਾਈ ਕਰਨ ਤੁਰਿਆ ਹੋਇਆ ਇਹ ਬੰਦਾ ਹੋਰ ਬੜੀਆਂ ਜਵਲੀਆਂ ਮਾਰਦਾ। ਕਹਿੰਦਾ ਜੀ ਪੰਜਾਬ ਦੀ ਧਰਤੀ ਉੱਤੇ ਬਸ ਜਿਹੜੇ ਸਿੱਖ ਨੌਜਵਾਨ ਸੀਗੇ ਉਹਨਾਂ ਦਿਨਾਂ ਦੇ ਵਿੱਚ ਸੰਤਾਂ ਦੇ, ਹਾਲਾਂਕਿ ਕਹਿੰਦਾ ਪੁਲਿਸ ਦੀ ਤਾਂ ਚੱਲਦੀ ਹੋਈ ਨਹੀਂ ਸੀ ਔਰ ਆਪਣੇ ਸਾਹਮਣੇ ਆ ਕਿ ਪੰਜਾਬ ਦੀ ਧਰਤੀ ਉੱਤੇ ਇੰਨਾ ਜ਼ੁਲਮ ਹੋ ਰਿਹਾ ਸੀ, ਇੰਨਾ ਜ਼ਿਆਦਾ ਮਾੜਾ ਵਾਪਰ ਰਿਹਾ ਸੀ। ਪਿਛਲੇ ਦਿਨਾਂ 'ਚ ਇੱਕ ਸਾਡੇ ਸੱਜਣਾ ਭਾਈ ਮਨਜੀਤ ਸਿੰਘ ਨਵਾਂਸ਼ਹਿਰ ਇਲਾਕੇ ਤੋਂ, ਉਹਨਾਂ ਦੀ ਇੱਕ ਮੈਨੂੰ ਖਬਰ ਲੱਭੀ, ਉਹ ਕੈਨੇਡਾ ਸੀ, ਮੈਂ ਉਹ ਖਬਰ ਦੀ ਕਟਿੰਗ ਉਹਨਾਂ ਨੂੰ ਭੇਜੀ। ਉਹਨਾਂ ਨੇ ਦੱਸਿਆ ਕਿ ਇਹ ਸਾਰਾ ਕੁਝ ਸਾਡੇ ਨਾਲ ਫਰਵਰੀ ਜਾਂ ਮਾਰਚ 1984 ਨੂੰ ਹੋਇਆ ਸੀ। ਉਹਨਾਂ ਦਿਨਾਂ ਦੇ ਵਿੱਚ ਸਿੱਖ ਨੌਜਵਾਨਾਂ ਨਾਲ ਜੋ ਕੁਝ ਵਾਪਰ ਰਿਹਾ ਸੀ, ਜਿਵੇਂ ਪੰਜਾਬ ਦੇ ਚੱਪੇ ਉੱਤੇ ਜ਼ੁਲਮ ਹੋ ਰਿਹਾ ਸੀ, ਉਹਦੀ ਗੱਲ ਤਾਂ ਕਰਦਾ ਨਹੀਂ ਤੇ ਉੱਪਰੋਂ ਦਿਖਾ ਇਹ ਰਿਹਾ ਕਿ ਜੀ ਸੰਤ ਭਿੰਡਰਾਂ ਵਾਲੇ ਇੱਕ ਪੂਰੇ ਡਾਊਨ ਦੇ ਰੂਪ ਦੇ ਵਿੱਚ, ਬਦਮਾਸ਼ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਸੀ। ਸੋ ਜਿੰਨੀ ਮਾੜੀ ਭੈੜੀ ਇਹ ਗੱਲ ਕਰ ਸਕਦਾ ਉਹਨੇ ਕੀਤੀ ਆ। ਔਰ ਉਹਦੀ ਇੰਟਰਵਿਊ ਦਾ ਜਿਸ ਤਰੀਕੇ ਨਾਲ ਨੋਟਸ ਲੈ ਕੇ ਕੱਲੀ ਗੱਲ ਦਾ ਸਿੱਖ ਵਿਰੋਧ ਕਰ ਰਹੇ ਨੇ ਔਰ ਉਹਦੀ ਕੱਲੀ ਗੱਲ ਦੀ ਕ੍ਰਿਟਿਸਿਜ਼ਮ ਹੋ ਰਹੀ ਆ, ਉਹ ਬੜਾ ਵਧੀਆ ਲੱਗਦਾ। ਪਰ ਜਿਹੜੀ ਗੱਲ ਕਾਂਗਰਸ ਦੇ ਏਜੰਟ ਵਾਲੀ ਆ ਵੀ ਉਹ ਕਾਂਗਰਸ ਦਾ ਏਜੰਟ ਸੀਗੇ, ਉਹਦੇ ਬਾਰੇ ਇਹ ਗੱਲ ਦੱਸਣੀ ਚੰਗੀ ਸਮਝਾਂਗੇ ਕਿ ਜਦੋਂ ਅੱਜ ਬਰਗਾੜੀ ਕਾਂਡ ਵਾਪਰਿਆ, ਬਹਿਬਲ ਕਾਂਡ ਵਾਪਰਿਆ, ਤਾਂ ਸਿੱਖ ਕੌਮ ਨੂੰ ਇੰਨਾ ਜ਼ਿਆਦਾ ਰੋਹ ਆਇਆ ਹੋਇਆ ਕਿ ਅੱਜ ਦੀ ਤਰੀਕ ਵਿੱਚ ਸਿੱਖ ਕਾਂਗਰਸ ਨੂੰ ਵੋਟਾਂ 2000
ਜਿਹੜੀ 17 ਵਾਲੀ ਇਲੈਕਸ਼ਨ ਆ ਪਾਈਆਂ ਨੇ, ਕੀ ਸਾਰੇ ਸਿੱਖ ਕਾਂਗਰਸ ਦੇ ਏਜੰਟ ਬਣ ਗਏ? ਆਪਾਂ ਗੁੱਸੇ ਸੀ, ਆਪਾਂ ਰੋਹ ਸੀ, ਅਕਾਲੀ ਦਲ ਤੋਂ ਬਾਦਲ ਦਲ ਤੋਂ ਦੁਖੀ ਇੰਨੇ ਸੀ ਕਿ ਕਹਿੰਦੇ ਕਹਾਉਂਦੇ ਨੀਲੀ ਪੱਗ ਵਾਲਿਆਂ ਨੇ ਜਿਨ੍ਹਾਂ ਦਾ ਪੰਥ ਨੂੰ ਪਿਆਰ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਲਈ ਤੇਗਾ ਮਾਰ ਰਹੇ ਆ, ਜਿਨ੍ਹਾਂ ਨੇ ਸਿੱਖ ਸੰਘਰਸ਼ ਦੌਰਾਨ ਤਲੀ ਉੱਤੇ ਰੱਖ ਕੇ ਜਾਨ ਕੌਮ ਦੀ ਸੇਵਾ ਕੀਤੀ ਹੈ, ਉਹਨਾਂ ਨੂੰ ਵੀ ਇਹ ਲੱਗਿਆ ਕਿ ਇਹੋ ਜਿਹਾ ਨਾਲੋਂ ਤਾਂ ਕਾਂਗਰਸ ਚੰਗੀ। ਅਕਾਲੀ ਭਾਜਪਾ ਗੱਠਜੋੜ ਰੱਦ ਕਰਨਾ ਸੀ, ਕਿਸੇ ਨੂੰ ਤਾਂ ਵੋਟ ਪਾਉਣੀ ਸੀ, ਪਾਉਣ ਵਾਲੇ ਨੇ, ਚਲੋ ਸਾਡੇ ਵਰਗੇ ਤਾਂ ਵੋਟ ਨਹੀਂ ਪਾਉਂਦੇ, ਪਰ ਜਿਨ੍ਹਾਂ ਨੇ ਪਾਈ ਉਹਨਾਂ ਨੇ ਆਖਿਆ ਕਾਂਗਰਸ ਨੂੰ ਪਾਓ। ਕੀ ਉਹ ਕਾਂਗਰਸ ਦੇ ਜੱਟ ਬਣ ਗਏ? ਇਹੀ ਮਨੋ ਅਵਸਥਾ ਕੌਮ ਦੀ 1978 ਦੇ ਸਾਕੇ ਮੌਕੇ ਸੀ। 1978 ਦੇ ਸਾਕੇ ਮੌਕੇ ਖਾਲਸਾ ਪੰਥ ਨੂੰ ਇਹ ਗੱਲ ਬਹੁਤ ਨਾਗਵਾਰ ਗੁਜ਼ਰੀ ਕਿ ਅਕਾਲੀਆਂ ਦਾ ਰਾਜ ਹੋਵੇ, ਮੁੱਖ ਮੰਤਰੀ ਨੀਲੀ ਪੱਗ ਵਾਲਾ ਬਾਦਲ ਹੋਵੇ ਤੇ ਉਸ ਮੌਕੇ ਚੰਡੀਗੜ੍ਹ ਵਿੱਚ ਆਪਣੀ ਤੂਤੀ ਬੋਲਦੀ ਹੋਵੇ, ਪਰ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਿੱਖ ਕੌਮ ਦੇ ਸਭ ਤੋਂ ਮੇਨ ਸਥਾਨ ਦੇ ਉੱਤੇ ਨਰਕਧਾਰੀਆਂ ਨੂੰ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਸਮਾਗਮ ਕਰਨ ਦੀ ਆਗਿਆ ਹੀ ਕਿਉਂ ਦਿੱਤੀ ਗਈ? ਜੇ ਇੱਥੇ ਗੋਲੀ ਕਾਂਡ ਹੋਇਆ, ਸਿੱਖ ਸ਼ਹੀਦ ਕਰਨ ਤੇ ਕਰੋ ਚਲੇ ਗਏ, ਇੰਨਾ ਅਸਲਾ ਇੰਨਾ ਪ੍ਰਬੰਧ ਕਰਨ ਦੀ ਉਹਨਾਂ ਨੂੰ ਕਿਵੇਂ ਜਿਹੜੀ ਸੀਗੀ ਜ਼ਰੂਰਤ ਪੈ ਗਈ? ਅਕਾਲੀਆਂ ਦੇ ਰਾਜ ਵਿੱਚ ਫਿਰ ਉਹ ਦੁਸ਼ਟ ਜਿਹੜਾ ਸੀ ਨਰਕਧਾਰੀ ਪ੍ਰਮੁੱਖ ਇਥੋਂ ਬਚ ਕੇ ਨਿਕਲ ਕਿਵੇਂ ਗਿਆ? ਇਹ ਸਾਰੀਆਂ ਗੱਲਾਂ ਤੋਂ ਦੁਖੀ ਹੋਏ ਸਿੱਖ ਬਹੁਤ ਔਖੇ ਸੀ, ਬਹੁਤ ਮਾਨਸਿਕ ਤੌਰ ਦੇ ਉੱਤੇ ਜਿਹੜਾ ਸੀਗਾ ਤੰਗੀ ਸੀ। ਉਸ ਗੱਲ ਦੇ ਵਿੱਚ ਅਗਲਾ ਭਾਣਾ ਹੋਰ ਵਾਪਰ ਗਿਆ ਜਦੋਂ ਨਰਕਧਾਰੀ ਦੇ ਖਿਲਾਫ ਜਿਹੜਾ ਪਰਚਾ ਜਿਹੜਾ ਦਰਜ ਹੋਇਆ, ਜਿਹੜਾ ਕੇਸ ਦਰਜ ਹੋਇਆ, ਉਹਦੇ ਵਿੱਚੋਂ ਸਾਰੇ ਦੇ ਸਾਰੇ ਜੱਜ ਨੇ ਬਰੀ ਕਰਤੇ ਤੇ ਬਰੀ ਕਰਨ ਤੋਂ ਬਾਅਦ ਉਹਨਾਂ ਨੇ ਨਰਕਧਾਰੀਆਂ ਨੇ ਸਿੱਖਾਂ ਨੂੰ ਜਲੀਲ ਕੀਤਾ ਵੀ 6ਵੇਂ ਪਾਤਸ਼ਾਹ ਤਾਂ ਤੁਹਾਡੇ 52 ਰਾਜੇ ਸੁਣਾ ਕੇ ਲਿਆਏ ਸੀ, ਸਾਡੇ ਗੁਰੂ 'ਚ ਜ਼ਿਆਦਾ ਸ਼ਕਤੀ ਆ। ਸੋ ਜਿਹੜਾ ਸਿੱਖ ਮਾਨਸਿਕਤਾ ਉਦੋਂ ਸੰਤਾਪ ਚੱਲ ਰਹੀ ਸੀ, ਉਹਦੇ ਵਿੱਚ ਹਰ ਇੱਕ ਬੰਦਾ ਜਿਹੜਾ ਸੀ ਉਹ ਸਿੱਖਾਂ ਦੇ ਵਿੱਚ ਇਸ ਤਰੀਕੇ ਨਾਲ ਕਲਪਿਆ ਪਿਆ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਨਾਲ ਤਾਂ ਅਕਾਲੀ ਚੰਗੇ, ਅਕਾਲੀਆਂ ਨਾਲੋਂ ਕਾਂਗਰਸੀ ਚੰਗੇ ਆ। ਤੋਂ ਅਕਾਲੀਆਂ ਦੇ ਖਿਲਾਫ ਹੋ ਗਏ ਸਿੱਖ ਕੌਮ ਤੇ ਕਾਂਗਰਸ ਦੇ ਹੱਕ ਚਲੀ ਗਈ, ਜਿਹਦਾ ਉਹਨਾਂ ਨੂੰ ਲਾਭ ਮਿਲਿਆ। ਦਰਬਾਰਾ ਸਿੰਘ ਮੁੱਖ ਮੰਤਰੀ ਬਣ ਗਿਆ, ਕੇਂਦਰ ਵਿੱਚ ਇੰਦਰਾ ਸਰਕਾਰ ਬਣ ਗਈ। ਹੁਣ ਇੰਨੀ ਗੱਲ ਨੂੰ ਲੈ ਕੇ ਅਖੇ ਜੀ ਉਹ ਕਾਂਗਰਸ ਦੇ ਏਜੰਟ ਸੀ, ਕੀ ਉਦੋਂ ਸਾਰੀ ਕੌਮ ਕਾਂਗਰਸ ਦੀ ਏਜੰਟ ਬਣ ਗਈ ਸੀ? ਹੁਣ ਆਪਾਂ 5 ਦਿਨ ਪਹਿਲਾਂ ਵੀ ਇਹ ਗੱਲ ਆਖੀ ਪ੍ਰੋਗਰਾਮ 'ਚ, ਮੈਂ ਫੇਰ ਬੇਨਤੀ ਕਰਦਾ ਸਰੋਤਿਆਂ ਨੂੰ, ਵਿਰਸਾ ਸਿੰਘ ਬਲਟੋਹਾ ਨੂੰ ਸੁਣਿਆ ਕਰੋ। ਉਹ ਕਹਿੰਦਾ ਵੀ ਜਿੰਨੇ ਵੀ ਬੰਦੇ ਬਰਗਾੜੀ ਬੇਅਦਬੀ ਕਾਂਡ, ਕੋਟਕਪੂਰਾ ਗੋਲੀ ਕਾਂਡ ਤੇ ਜਿਹੜੇ ਗਾਇਬ ਹੋਏ ਸਰੂਪਾਂ ਦਾ ਮਸਲਾ, ਸਲਾਵਤਪੁਰਾ ਕਾਂਡ, ਜਾਂ ਉਹ ਕੰਮ ਜਿਹੜੇ ਬਾਦਲ ਸਰਕਾਰ ਨੇ ਗਲਤ ਕੀਤੇ ਆ, ਜਿਹੜੇ ਉਹ ਗੱਲਾਂ ਕਰਦੇ ਆ, ਜਿਹੜੇ ਉਹ ਮੁੱਦੇ ਉਠਾਉਂਦੇ ਆ, ਉਹ ਸਾਨੂੰ ਤਾਂ ਕਦੇ ਵੋਟ ਨਹੀਂ ਪਾਉਂਦੇ। ਉਹ ਵੋਟ ਤਾਂ ਪਾਉਂਦੇ ਆ ਹੋਰ ਪਾਰਟੀਆਂ ਨੂੰ, ਇਸ ਕਰਕੇ ਉਹ ਕਾਂਗਰਸ ਦੇ ਏਜੰਟ ਨੇ, ਉਹ ਫਲਾਣੇ ਦੇ ਏਜੰਟ ਨੇ, ਉਹ ਅਕਾਲੀ ਹੈ ਹੀ ਨਹੀਂ, ਅਸੀਂ ਉਹਨਾਂ ਦੀ ਕੀ ਪਰਵਾਹ ਕਰਨੀ। ਹੁਣ ਉਹਦੇ ਵਾਲੇ ਫਾਰਮੂਲੇ ਦੇ ਹਿਸਾਬ ਨਾਲ ਤਾਂ ਧਰਤੀ ਉੱਤੇ ਸਾਰੇ ਲੋਕ ਜਿਹੜੇ ਕਾਂਗਰਸ ਨੂੰ ਵੋਟ ਪਾਉਂਦੇ ਆ ਉਹ ਫਿਰ ਪੰਥ ਦੇ ਦੁਸ਼ਮਣ ਹੋਏ, ਇਹ ਬਣ ਗਏ ਪੰਥਕ ਪੰਥ ਦੇ ਖਿਲਾਫ ਇਹ ਜਾਣ, ਕਰਤੂਤਾਂ ਉਹ ਕਰਨ ਜਿਹਦੇ ਨਾਲ ਪੰਥਕ ਬੰਦੇ ਇਹਨਾਂ ਨੂੰ ਵੋਟ ਪਾਉਣ ਜੋਗਾ ਨਾ ਰਹੇ, ਤੇ ਉਲਟਾ ਇਹ ਕਹਿਣਗੇ ਕਾਂਗਰਸ ਦੇ ਏਜੰਟ। ਸੋ ਇਹੀ ਕਰਤੂਤ ਇਹਨਾਂ ਨੇ 1978 ਤੋਂ ਬਾਅਦ ਜਦੋਂ ਕੀਤੀ, ਜਦੋਂ 1979 ਦੀ ਸ਼੍ਰੋਮਣੀ ਕਮੇਟੀ ਵਾਲੀ ਇਲੈਕਸ਼ਨ ਆਉਣੀ ਸੀ, ਉਦੋਂ ਸਾਫ਼ ਦਿਖਦਾ ਸੀ ਕਿ ਜੇਕਰ ਵੋਟਾਂ ਪਈਆਂ ਤਾਂ ਅਕਾਲੀ ਦਲ ਹਾਰੂਗਾ ਤੇ ਉਹਦੇ ਖਿਲਾਫ ਖੜੇ ਹੋਏ ਸਿੱਖ ਜਿਹੜੇ ਆ ਉਹ ਜਿੱਤਣਗੇ। ਉਸ ਸ਼੍ਰੋਮਣੀ ਕਮੇਟੀ ਦੀ 1979 ਦੇ ਮਾਰਚ ਮਹੀਨੇ ਵਾਲੀ ਚੋਣ ਦੇ ਮੁਤਲਕ ਜਿਹੜਾ ਵੱਡਾ ਪ੍ਰੋਗਰਾਮ ਫਤਿਹਗੜ੍ਹ ਸਾਹਿਬ ਜੋੜ ਮੇਲੇ ਦਾ 1978 ਦੇ ਵਿੱਚ ਆਇਆ, ਉੱਥੇ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਇਹ ਗੱਲ ਸਟੇਜ ਤੋਂ ਆਖੀ ਸੀ ਕਿ ਥੋੜੇ ਦਿਨਾਂ ਤੱਕ ਇਲੈਕਸ਼ਨਾਂ ਹੋਣੀਆਂ ਸ਼੍ਰੋਮਣੀ ਕਮੇਟੀ ਦੀਆਂ, ਤੁਹਾਡੇ ਪਿੰਡਾਂ 'ਚ ਦੇਖਿਓ ਕਿਹੜਾ ਬੰਦਾ ਜਿਹੜਾ ਕਾਂਗਰਸ ਦੇ ਖੜੇ ਉਮੀਦਵਾਰਾਂ ਨੂੰ ਵੋਟਾਂ ਪਾਉਂਦਾ ਕਾਂਗਰਸ ਦਾ ਏਜੰਟ ਆ, ਤੇ ਕਿਹੜਾ ਬੰਦਾ ਪੰਥ ਦੇ ਖੜੇ ਉਮੀਦਵਾਰ ਨੂੰ ਜਿਹੜਾ ਅਕਾਲੀ ਦਲ ਵੱਲੋਂ ਖੜਾ ਹੋਊ ਉਹਨੂੰ ਵੋਟ ਪਾਉਂਦਾ। ਸੋ ਉਸ ਮਾਹੌਲ ਦੇ ਵਿੱਚ ਇਹ ਫਾਰਮੂਲਾ ਬਣਾ ਦਿੱਤਾ ਗਿਆ, ਜਿਵੇਂ ਬਲਟੋਹਾ ਸਾਹਿਬ ਬਣਾਉਂਦੇ ਆ ਕਿ ਜਿਹੜਾ ਬੰਦਾ ਅਕਾਲੀ ਦਲ ਨੂੰ ਵੋਟ ਨਹੀਂ ਪਾਉਂਦਾ ਉਹ ਕਾਂਗਰਸ ਦਾ ਏਜੰਟ ਹੁੰਦਾ। ਅਕਾਲੀ ਦਲ ਦੀ ਕ੍ਰਿਟਿਸਿਜ਼ਮ ਸੰਤ ਭਿੰਡਰਾਂ ਵਾਲੇ ਉਵੇਂ ਕਰਦੇ ਸੀ ਜਿਵੇਂ ਅਸੀਂ ਅੱਜ ਕੱਲ੍ਹ ਕਰਦੇ ਹਾਂ। ਹੁਣ ਸਾਨੂੰ ਵੀ ਕਹਿ ਦੋ ਵੀ ਕਾਂਗਰਸ ਦੇ ਏਜੰਟ ਆ, ਮੈਂ ਠੋਕ ਵਜਾ ਕੇ ਕਹਿੰਦਾ ਵਾਂ ਕਿ ਸੁਖਬੀਰ ਬਾਦਲ ਦੀ ਕਮਾਂਡ ਹੇਠ ਜਿਹੜਾ ਕੁਝ ਹੋ ਰਿਹਾ ਉਹ ਸਾਰੇ ਦਾ ਸਾਰਾ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ। ਜਿੰਨਾ ਟਾਈਮ ਇਹ ਟੱਬਰ ਪਾਸੇ ਨਹੀਂ ਹੁੰਦਾ, ਜਿੰਨਾ ਟਾਈਮ ਪੰਥ ਦੇ ਵਿੱਚੋਂ ਇਹ ਲੋਕ ਲਾਂਭੇ ਨਹੀਂ ਕੀਤੇ ਜਾਂਦੇ, ਉਹਨਾਂ ਟਾਈਮ ਸਿੱਖਾਂ ਦਾ ਸਿੱਖੀ ਦਾ ਬਚਣਾ ਮੁਸ਼ਕਲ। ਤੋ ਇੰਨੀ ਗੱਲ ਦੇ ਨਾਲ ਜੇ ਕਾਂਗਰਸ ਦੇ ਏਜੰਟ ਬਣ ਜਾਈਦਾ ਤਾਂ ਭਾਈ ਠੀਕ ਆ, ਭਾਈ ਅਸੀਂ ਕਾਂਗਰਸ ਦੇ ਏਜੰਟ ਹੀ। ਸੋ ਕਾਂਗਰਸ ਦੇ ਏਜੰਟ ਵਾਲਾ ਜਿਹੜਾ ਫਾਰਮੂਲਾ ਉਹ ਲੈ ਕੇ ਜਿੱਥੇ ਹੋਰ ਬਹੁਤ ਸਾਰਿਆਂ ਨੇ ਕਮਲ ਕੁੱਟਿਆ, ਉਹ ਜਿਹਾ ਜਨਰਲ ਬਰਾੜ ਕਮਲ ਕੁੱਟੀ ਜਾਂਦਾ। ਪਰ ਧੰਨਵਾਦ ਆ ਸਿੱਖ ਕੌਮ ਦਾ ਜਿਨ੍ਹਾਂ ਕੋਲੇ ਸੋਸ਼ਲ ਮੀਡੀਆ ਆਇਆ ਹੋਇਆ,
ਜਿਹਦੇ ਉੱਤੇ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਚੰਗੀ ਤਰ੍ਹਾਂ ਰਗੜੀ ਜਾ ਰਹੀ ਆ। ਕੁਲਦੀਪ ਸਿੰਘ ਬਰਾੜ ਨੇ ਇੱਕ ਵਾਰੀ ਫੇਰ ਜਿਉਂਦੇ ਹੋਣ ਦਾ ਸਬੂਤ ਦੇ ਕੇ ਦੱਸਦਾ ਕਿ ਮੈਂ ਅਜੇ ਹੈਗਾ, ਪਰ ਸੱਚੀ ਗੱਲ ਇਹ ਆ ਕਿ ਉਹਨੂੰ ਬੜੀ ਤਕਲੀਫ ਆ। ਨਾ ਮੈਨੂੰ ਸਿੱਖ ਪੁੱਛਦੇ ਆ, ਨਾ ਮੈਨੂੰ ਉਹ ਸਟੇਟ ਪੁੱਛਦੀ ਆ, ਜਿਹਦੇ ਕਹਿਣ ਦੇ ਉੱਤੇ ਮੈਂ ਏਡਾ ਕਰਤੂਤ ਕੀਤੀ ਆ। ਉਹ 4 ਦਿਨ ਖਬਰਾਂ 'ਚ ਰਹਿ ਲੂਗਾ, ਪਰ ਇਹਦੇ ਬਹਾਨੇ ਬਹੁਤ ਸਾਰੀਆਂ ਗੱਲਾਂ ਨਵੀਂ ਪੀੜ੍ਹੀ ਨੂੰ ਸਮਝਣ ਲਈ ਮਿਲ ਜਾਣਗੀਆਂ। ਇੰਨੀ ਗੱਲ ਲਈ ਆਪਾਂ ਕੁਲਦੀਪ ਬਰਾੜ ਦਾ ਧੰਨਵਾਦ ਕਰਦੇ ਆ, ਕਿਉਂਕਿ ਸੰਤ ਭਿੰਡਰਾਂ ਵਾਲਿਆਂ ਦਾ ਕੱਦ ਤਾਂ ਕੱਲ ਵੀ ਬੁਲੰਦ ਸੀ, ਅੱਜ ਵੀ ਬੁਲੰਦ ਆ ਤੇ ਸਦਾ ਹੀ ਇਤਿਹਾਸ ਵਿੱਚ ਬੁਲੰਦ ਰਹਿਣਾ। ਇਹਨਾਂ ਦਾ ਜਿਹੜਾ ਹੈਗਾ ਉਹ ਹਾਲ ਹੋਣਾ ਵੀ ਨਾ ਘਰ ਦੇ ਨਾ ਘਾਟ ਦੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।